ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਮੀ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਸਭ ਜੀ ਦੇ ਸਾਹਮਣੇ ਲੈ ਕੇ ਆਈ ਹਾਂ ਤੁਹਾਡੇ ਸਾਰਿਆਂ ਦਾ ਪਸੰਦੀਦਾ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ। ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਅਸੀਂ ਤਲਾਸ਼ਦੇ ਪਏ ਹਾਂ ਸਾਡੇ ਪੰਥ ਦੇ ਨੌਜਵਾਨ ਬਿਹਤਰੀਨ ਕੀਰਤਨੀਆਂ ਵਿੱਚੋਂ ਬਿਹਤਰੀਨ ਨੂੰ। ਜੀ ਹਾਂ, ਇਸ ਮੁਕਾਬਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਤੁਸੀਂ ਪਹਿਲਾਂ ਆਨੰਦ ਮਾਣਿਆ ਸਾਡੇ ਕੁਆਟਰ ਫਾਈਨਲ ਰਾਊਂਡਸ ਦਾ, ਉਸ ਤੋਂ ਬਾਅਦ ਸੈਮੀਫਾਈਨਲ ਰਾਊਂਡਸ ਵਿੱਚ ਅਸੀਂ ਕਦਮ ਰੱਖ ਚੁੱਕੇ ਹਾਂ। ਸੈਮੀਫਾਈਨਲਸ ਦੇ ਇਸ ਦੌਰ ਦੇ ਵਿੱਚ ਅਸੀਂ ਅੱਜ ਉਸ ਮੁਕਾਮ 'ਤੇ ਆ ਪਹੁੰਚੇ ਹਾਂ ਜਿੱਥੇ ਇੱਕ ਵਾਰ ਫਿਰ ਸਾਨੂੰ ਰਿਜ਼ਲਟ ਸੁਣਨ ਨੂੰ ਮਿਲੇਗਾ ਸਾਡੇ ਮਾਨਯੋਗ ਜੱਜਸ ਕੋਲੋਂ। ਤੇ ਆਓ ਫਿਰ ਸਭ ਤੋਂ ਪਹਿਲਾਂ ਤੁਹਾਡੀ ਮੁਲਾਕਾਤ ਸਾਡੇ ਜੱਜਸ ਨਾਲ ਹੀ ਕਰਾ ਦਿੰਦੀ ਹਾਂ। ਸਭ ਤੋਂ ਪਹਿਲੇ ਸਾਡੇ ਸਾਹਮਣੇ ਬੈਠੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਦੇ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਸਾਡੇ ਪੰਥ ਦੇ ਗੁਰਮਤਿ ਦੇ ਮਹਾਨ ਵਿਆਖਿਆਕਾਰ ਸਰਦਾਰ ਭਗਵਾਨ ਸਿੰਘ ਜੋਹਲ ਜੀ। ਮੈਂ ਤਿੰਨਾਂ ਦਾ ਤਹਿ ਦਿਲ ਨਾਲ ਸਵਾਗਤ ਕਰਨੀ ਆ ਇੱਥੇ। ਤੇ ਇਹਨਾਂ ਦੇ ਬਿਲਕੁਲ ਨਾਲ ਬੈਠੇ ਨੇ, ਤੁਸੀਂ ਸਾਹਮਣੇ ਵੇਖ ਸਕਦੇ ਹੋ ਸਾਡੇ ਸਾਰੇ ਪਿਆਰੇ ਪਿਆਰੇ ਕੰਟੈਸਟੈਂਟ, ਸਾਡੇ ਸਿੰਘ ਵੀਰ, ਸਾਡੀਆਂ ਭੈਣਾਂ ਇੱਥੇ ਬੈਠੀਆਂ ਨੇ ਜਿਨ੍ਹਾਂ ਨੇ ਇਸ ਹਫਤੇ ਆਪਣੇ ਆਪਣੇ ਐਪੀਸੋਡ ਦੇ ਵਿੱਚ ਆਪਣਾ ਆਪਣਾ ਕੰਮ ਆਪਣੀ ਤਰਫ ਤੋਂ ਪੂਰਾ ਕੀਤਾ ਹੈ। ਪੂਰੀ ਮਿਹਨਤ ਦੇ ਨਾਲ ਇੱਥੇ ਆ ਕੇ ਸ਼ਬਦ ਗਾਇਨ ਕੀਤਾ ਹੈ। ਇਹਨਾਂ ਦੀ ਪਰਖ ਸਾਡੇ ਮਾਨਯੋਗ ਜੱਜਸ ਲਗਾਤਾਰ ਨਾਲ ਕਰਦੇ ਰਹੇ ਨੇ ਤੇ ਅੱਜ ਸਾਨੂੰ ਉਮੀਦ ਹੈ ਕਿ ਅੱਜ ਉਹ ਫੈਸਲਾ ਸਾਨੂੰ ਸੁਣਾਉਣਗੇ। ਸੈਮੀਫਾਈਨਲਸ ਦਾ ਫੈਸਲਾ ਇਹ ਹੁੰਦਾ ਹੈ ਕਿ ਹਰ ਵਾਰੀ ਇੱਕ ਕੰਟੈਸਟੈਂਟ ਸਾਡੇ ਬੀਬੀਆਂ ਵਿੱਚੋਂ ਤੇ ਇੱਕ ਕੰਟੈਸਟੈਂਟ ਸਾਡੇ ਸਿੰਘ ਵੀਰਾਂ ਵਿੱਚੋਂ ਮੁਕਾਬਲੇ ਤੋਂ ਬਾਹਰ ਹੋ ਜਾਂਦਾ ਹੈ। ਦੁੱਖ ਦੀ ਗੱਲ ਹੈ, ਲੇਕਿਨ ਕੀ ਕਰੀਏ, ਮੁਕਾਬਲਾ ਹੈ, ਪ੍ਰੋਗਰਾਮ ਦਾ ਫਾਰਮੈਟ ਹੈ। ਹਰ ਵਾਰੀ ਉਹੀ ਕੰਟੈਸਟੈਂਟ ਬਾਹਰ ਹੁੰਦਾ ਜੋ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਦੀ ਪਰਫਾਰਮੈਂਸ ਵਿੱਚ ਕਮਜ਼ੋਰੀ ਰਹਿੰਦੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਗਾਇਕੀ ਵਿੱਚ ਕੋਈ ਕਮੀ ਹੈ, ਲੇਕਿਨ ਕਿਸੇ ਨਾ ਕਿਸੇ ਦਿਨ ਜਦ ਦਿਨ ਸਾਥ ਨਹੀਂ ਦਿੰਦਾ ਤਾਂ ਇਹਨਾਂ ਦੀ ਗਾਇਕੀ ਵਿੱਚ ਕਮੀ ਰਹਿ ਜਾਂਦੀ ਹੋਏਗੀ ਤੇ ਉਹਨਾਂ ਵਿੱਚੋਂ ਸਿਰਫ ਉਹੀ ਬਾਹਰ ਹੋਏਗਾ ਇਸ ਮੁਕਾਬਲੇ ਵਿੱਚੋਂ। ਅੱਜ ਉਹ ਦਿਨ ਨੇ ਜਦ ਸਾਨੂੰ ਰਿਜ਼ਲਟ ਪਤਾ ਚੱਲੇਗਾ ਤੇ ਫਿਰ ਆਓ ਇਸ ਰਿਜ਼ਲਟ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਹਮੇਸ਼ਾ ਦੀ ਤਰ੍ਹਾਂ ਮੈਂ ਸ਼ੁਰੂਆਤ ਕਰਾਂਗੀ ਸਾਡੀਆਂ ਭੈਣਾਂ ਤੋਂ ਤੇ ਸਭ ਤੋਂ ਪਹਿਲਾਂ ਬੁਲਾਉਣਾ ਚਾਹਾਂਗੀ ਹਰਬੀਰ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਬੀਰ ਕੌਰ ਜੀ, ਅੱਜ ਉਹ ਦਿਨ ਨੇ ਜਦ ਰਿਜ਼ਲਟ ਦਾ ਪਤਾ ਚੱਲਦਾ ਹੈ ਤੇ ਤੁਸੀਂ ਬੜੀ ਚੰਗੀ ਤਰ੍ਹਾਂ ਪਰਫਾਰਮ ਕੀਤਾ ਹੈ। ਰਿਜ਼ਲਟ ਕੀ ਹੋਏਗਾ ਤੇ ਸਾਨੂੰ ਨਹੀਂ ਪਤਾ, ਸਾਡੇ ਮਾਨਯੋਗ ਜੱਜਸ ਨੂੰ ਪਤਾ ਹੈ ਕੀ ਤਿਆਰੀ ਕੀਤੀ ਹੈ ਰਿਜ਼ਲਟ ਦੀ। ਇਸ ਤੋਂ ਪਹਿਲਾਂ ਅਸੀਂ ਰਿਜ਼ਲਟ ਵੱਲ ਵਧੀਏ। ਅਸੀਂ ਵਾਰੀ ਕਰਕੇ ਤੁਹਾਡੇ ਸਾਰਿਆਂ ਨੂੰ ਤੁਹਾਡੀ ਪਰਫਾਰਮੈਂਸ ਵਿਖਾਵਾਂਗੇ। ਸ਼ੁਰੂਆਤ ਤੁਹਾਡੇ ਤੋਂ ਕਰ ਰਹੇ ਹਾਂ। ਇੱਕ ਨਜ਼ਰ ਤੁਹਾਡੀ ਪਰਫਾਰਮੈਂਸ। ਹਰਬੀਰ ਕੌਰ ਜੀ, ਐਸੀ ਤੁਹਾਡੀ ਇਸ ਹਫਤੇ ਦੀ ਪਰਫਾਰਮੈਂਸ, ਹਾਂਜੀ, ਕੀ ਖਿਆਲ ਨੇ ਤੁਹਾਡੇ ਆਪਣੀ ਪਰਫਾਰਮੈਂਸ ਬਾਰੇ? ਪਿਛਲੀ ਵਾਰ ਨਾਲੋਂ ਐਤਕੀ ਥੋੜ੍ਹੀ ਜਿਹੀ ਹੋਰ ਇੰਪਰੂਵਮੈਂਟ ਲੱਗੀ ਮੈਨੂੰ ਤੇ ਐਂਡ 'ਚ ਥੋੜ੍ਹਾ ਜਿਹਾ ਤਾਨਾ ਲੈਣ ਵੇਲੇ ਪਹਿਲੀ ਤਾਨ 'ਚ ਥੋੜ੍ਹੀ ਜਿਹੀ ਸੁਰ ਘੱਟ ਗਿਆ ਸੀ ਮੇਰਾ। ਬਾਕੀ ਜੱਜਸ ਨੂੰ ਜੋ ਬਿਲਕੁਲ ਜੱਜਸ ਦਾ ਤੇ ਫੈਸਲਾ ਔਰ ਉਹਨਾਂ ਦੇ ਖਿਆਲਾਂ 'ਤੇ ਪੁੱਛਣਾ ਬਹੁਤ ਜ਼ਰੂਰੀ ਹੈ। ਜੱਜਸ ਕੋਲੋਂ ਪੁੱਛਨੇ ਆ। ਮੈਂ ਪੁੱਛਣਾ ਚਾਹਾਂਗੀ ਸਾਡੇ ਮਾਨਯੋਗ ਜੱਜਸ ਕੋਲੋਂ, ਇਸ ਵਾਰੀ ਹਰਬੀਰ ਕੌਰ ਜੀ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ? बड़े अच्छे तरीके ਨਾਲ गायन करने वाली ये लड़की है और गुरमत शैली मुताबिक कीर्तन करती है। पर मेरे तो ਪਹਿਲਾਂ ਉਹਨਾਂ ਦੱਸ ਦਿੱਤਾ ਕਿ ਅੱਜ ਦੀ ਜਿਹੜੀ ਇਹਨਾਂ ਦੀ ਪਰਫਾਰਮੈਂਸ ਸੀ ਥੋੜ੍ਹਾ ਜਿਹਾ ਇਹਨਾਂ ਦੀ ਤਾਨ ਦੇ ਵਿੱਚੋਂ ਸੁਰ ਫਿਸਲੀ ਸੀ, ਹੋਰ ਕੋਈ ਐਸਾ ਨਹੀਂ ਸੀ। ਕਦੇ ਹੋ ਜਾਂਦਾ। ਹਾਂਜੀ, ਹਾਲੇ ਤੱਕ ਇਹਨਾਂ ਦੀ ਪਰਫਾਰਮੈਂਸ ਕੰਸਿਸਟੈਂਟ ਰਹੀ ਹੈ ਜੀ? ਹਾਂ, ਬੜੀ ਅੱਛੀ ਚੱਲ ਰਹੀ ਹੈ, ਲੇਕਿਨ ਅਸੀਂ ਇਹ ਨਹੀਂ ਕਹਾਂਗੇ ਕਿ ਬਹੁਤ ਵਧੀਆ ਹੈ। ਇਸ ਨੂੰ ਵਧੀਆ ਕਰਨ ਲਈ ਇਹਨਾਂ ਨੂੰ ਖੁਦ ਹੀ ਸੋਚਣਾ ਪਏਗਾ। ਵਧੀਆ ਕਰਨਾ ਹੈ ਤੇ ਸੋਚਣਾ ਪਵੇਗਾ, ਮਿਹਨਤ ਕਰਨੀ ਪਵੇਗੀ, ਰਿਆਜ਼ ਕਰਨਾ ਪਵੇਗਾ, ਸੱਚੇ ਮਨ ਦੇ ਨਾਲ ਬਹਿ ਕੇ ਰਿਆਜ਼ ਕਰਨਾ ਪਵੇਗਾ। ਕਹਿੰਦੇ ਨੇ ਕਿ ਜੇ ਤੁਸੀਂ ਰਿਆਜ਼ ਘੰਟਾ ਵੀ ਬਥੇਰਾ ਹੁੰਦਾ ਜੇ ਤੁਸੀਂ ਪੂਰੀ ਦਿਲ ਦੇ ਨਾਲ, ਪੂਰੀ ਭਾਵਨਾ ਦੇ ਨਾਲ ਬਹਿ ਕੇ ਕਰਦੇ ਹੋ। ਭਾਵਨਾ ਦੀ ਵੀ ਬੜੀ ਜ਼ਰੂਰੀ, ਬੜੀ ਲੋੜ ਹੁੰਦੀ ਹੈ। ਆਮ ਸ਼ੋਰ ਤੁਸੀਂ ਕਰਦੇ ਪਏ ਹੋ ਤਾਂ ਹੀ ਇਸ ਮੁਕਾਮ 'ਤੇ ਆ ਪਹੁੰਚੇ ਹੋ। ਥੈਂਕ ਯੂ ਸੋ ਮਚ। ਰਿਜ਼ਲਟ ਪਤਾ ਚੱਲਦਾ ਜੀ। ਧੰਨਵਾਦ। ਆਪਣੇ ਸਥਾਨ ਗ੍ਰਹਿਣ ਕਰੋ। ਇਹਨਾਂ ਤੋਂ ਬਾਅਦ ਜੋ ਸਾਡੀ ਅਗਲੀ ਕੰਟੈਸਟੈਂਟ ਇੱਥੇ ਆਏ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਦੇ ਰਸ ਵਿੱਚ ਰਸ ਦੇ ਨਾਲ ਸਾਨੂੰ ਨਿਹਾਲ ਕੀਤਾ, ਉਹ ਆਏ ਸੀ ਛੱਤੀਸਗੜ੍ਹ ਤੋਂ। ਮੈਂ ਗੱਲ ਕਰ ਰਹੀ ਹਾਂ ਪ੍ਰਭਜੋਤ ਕੌਰ ਜੀ ਦੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ ਜੀ, ਦਿਲ ਧੜਕਦਾ ਪਿਆ ਜ਼ੋਰਾਂ ਨਾਲ, ਨਰਵਸ ਹੈਗੇ ਹੋ? ਰਿਜ਼ਲਟ ਪਤਾ ਚੱਲਣਾ, ਪਤਾ ਨਹੀਂ ਕੀ ਹੋਣਾ? ਨਹੀਂ ਨਹੀਂ ਨਹੀਂ, ਕਿ ਵੈਸੇ ਤੇ ਹੁੰਦਾ ਹੈ ਜਦ ਰਿਜ਼ਲਟ ਪਤਾ ਚੱਲਦਾ ਸਾਰੇ ਡਰਦੇ ਨੇ, ਤੁਹਾਨੂੰ ਕਿਉਂ ਨਹੀਂ ਡਰ ਲੱਗ ਰਿਹਾ? ਕਿਉਂਕਿ ਮੇਰੀ ਪਰਫਾਰਮੈਂਸ ਅੱਛੀ ਸੀਗੀ। ਕਿਆ ਬਾਤ ਹੈ। ਕੌਨਫੀਡੈਂਸ, ਆਤਮ-ਵਿਸ਼ਵਾਸ ਜੀ, ਤੁਹਾਡੀ ਪਰਫਾਰਮੈਂਸ ਬਹੁਤ ਚੰਗੀ ਸੀ ਤੇ ਚੰਗੀ ਪਰਫਾਰਮੈਂਸ ਨੂੰ ਇੱਕ ਵਾਰ ਫਿਰ ਯਾਦਾਂ ਤਾਜ਼ਾ ਕਰਦੇ ਹਾਂ। ਇੱਕ ਨਜ਼ਰ ਤੁਹਾਡੀ ਪਰਫਾਰਮੈਂਸ। मेरी ओट तुम्हारी आसा, बैठत उठत सुबत जागत, बैठत उठत सुबत जागत, बिसर नहीं तू सांस गिरासा, बिसर नहीं तू सांस गिरासा। ਬਹੁਤ ਚੰਗੀ ਪਰਫਾਰਮੈਂਸ ਸੀਗੀ। ਤੁਸੀਂ ਪੂਰੇ ਕੌਨਫੀਡੈਂਸ, ਪੂਰੇ ਆਤਮ ਵਿਸ਼ਵਾਸ ਦੇ ਨਾਲ ਇੱਥੇ ਸ਼ਬਦ ਗਾਇਨ ਕੀਤਾ। ਤੇ ਕੀ ਕਹਿਣਾ ਤੁਹਾਡੀ ਆਪਣੀ ਪਰਫਾਰਮੈਂਸ ਬਾਰੇ? ਕੀ ਚਾਂਸਸ ਲੱਗਦੇ ਨੇ ਤੁਹਾਡੇ ਅੱਗੇ ਵਧਣ ਦੇ? ਚਾਂਸਸ ਤਾਂ ਹੈਗੇ ਨੇ, ਕਿਉਂਕਿ ਪਿਛਲੇ ਨਾਲੋਂ ਇਸ ਵਾਰ ਦੀ ਪਰਫਾਰਮੈਂਸ ਅੱਛੀ ਸੀਗੀ ਮੇਰੀ। ਪੂਰੇ ਕੌਨਫੀਡੈਂਟ ਹੋ? ਹਾਂਜੀ ਚੰਗਾ ਹੈ, ਕੌਨਫੀਡੈਂਸ ਹੋਣਾ ਚਾਹੀਦਾ। ਲੇਕਿਨ ਮੈਂ ਇੱਥੇ ਇਹ ਵੀ ਕਹਾਂਗੀ, ਕਹਿੰਦੇ ਨੇ ਕਿ ਚਿਰਾਗ ਕहीं भी जले, फैसले तो सिर्फ हवाएं करती हैं। ਬਿਲਕੁਲ ਮੈਮ। ਔਰ ਇੱਥੇ ਤੇ ਸਾਡੇ ਫੈਸਲੇ ਸਾਡੇ ਜੱਜਸ ਦੇ ਹੱਥ ਨੇ ਤੇ ਜੱਜਸ ਦੇ ਵੱਲ ਤੁਰਦੇ ਹਾਂ। ਬਿਲਕੁਲ ਮੈਮ। ਮਾਨਯੋਗ ਜੱਜਸ ਕੋਲੋਂ ਪੁੱਛਣਾ ਚਾਹਾਂਗੀ। ਪ੍ਰਭਜੋਤ ਕੌਰ ਜੀ, ਵਾਕਈ ਅੱਜ ਤੁਸੀਂ ਬਹੁਤ ਰਸ ਬਣਾਇਆ। ਕੋਈ ਫਿੱਕਾਪਨ ਨਹੀਂ ਸੀ, ਕੋਈ ਫਿੱਕੀ ਸੁਰ ਨਹੀਂ ਲਾਈ, ਬੜਾ ਹੀ ਆਨੰਦ ਬਣਾਇਆ ਤੁਸੀਂ। ਤੇ ਮੈਂ ਸਵਾਲ ਕੀਤਾ ਸੀ, ਜਵਾਬ ਵੀ ਇਹਨਾਂ ਦਾ ਅੱਛਾ ਸੀ। ਅੱਛਾ ਸੀਗਾ, ਪੂਰੇ ਚਾਂਸਸ ਨੇ। ਬਿਲਕੁਲ। ਬਹੁਤ ਵਧੀਆ, ਥੈਂਕ ਯੂ, ਆਲ ਦ ਬੈਸਟ ਟੂ ਯੂ ਜੀ। ਧੰਨਵਾਦ ਤੁਹਾਡਾ। ਪ੍ਰਭਜੋਤ ਕੌਰ ਜੀ ਤੋਂ ਬਾਅਦ ਸਾਡੀ ਅਗਲੀ ਭੈਣ, ਅਗਲੀ ਕੰਟੈਸਟੈਂਟ ਜੋ ਇੱਥੇ ਆਏ, ਉਹ ਆਏ ਸੀਗੇ ਪਾਨੀਪਤ ਤੋਂ। ਅੱਜ ਸਾਡੇ ਨਾਲ ਨੇ। ਮੈਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਬੁਲਾਉਣਾ ਚਾਹਾਂਗੀ, ਕੁਲਜੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਕੁਲਜੀਤ ਜੀ। ਥੈਂਕ ਯੂ। ਅੱਜ ਰਿਜ਼ਲਟ ਐਪੀਸੋਡ ਹੈ। ਸਾਡੇ ਜੱਜ ਸਾਨੂੰ ਦੱਸਣਗੇ ਕਿ ਕੌਣ ਅੱਗੇ ਤੁਰੇਗਾ। ਹਾਂਜੀ ਅੱਗੇ ਵੀ ਬੜੇ ਸਾਰੇ ਯਾਦਗਾਰ ਪਲ ਬਣਨਗੇ, ਲੇਕਿਨ ਹਾਲੇ ਪਿਛਲੇ ਪਲਾਂ ਨੂੰ ਤਾਜ਼ਾ ਕਰ ਲੈਂਦੇ ਹਾਂ। ਪਿਛਲੇ ਜੋ ਐਪੀਸੋਡ ਸੀਗੇ ਉਹਨਾਂ ਦੇ ਵਿੱਚੋਂ ਲਾਸਟ ਐਪੀਸੋਡ ਵਿੱਚ ਤੁਹਾਡੀ ਜੋ ਪਰਫਾਰਮੈਂਸ ਰਹੀ, ਇੱਕ ਵਾਰ ਤੁਹਾਨੂੰ ਵਿਖਾਉਂਦੇ ਹਾਂ। ਵੇਖਣਾ ਚਾਹੋਗੇ? ਜ਼ਰੂਰ। ਸਾਹਮਣੇ ਵੇਖੋ ਜੀ। मैं बारी मेरा नाम पता, मैं बारी मेरा नाम पता, रच रचता को करूं श्रृंगार, रच रचता को करूं श्रृंगार, मैं बारी मेरा नाम पता। ਕੁਲਜੀਤ ਕੌਰ ਜੀ, ਇਹ ਸੀਗੀ ਤੁਹਾਡੀ ਪਰਫਾਰਮੈਂਸ। ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਪਰਫਾਰਮੈਂਸ ਪਹਿਲਾਂ ਨਾਲੋਂ? ਜੀ ਕਮੀਆਂ ਤਾਂ ਬਹੁਤ ਨੇ ਗਾਣ 'ਚ ਹੋ ਜਾਂਦੀਆਂ ਨੇ, ਪਰ ਜੋ ਮੇਰੇ 'ਚ ਸਭ ਤੋਂ ਵੱਡੀ ਕਮੀ ਹੈ ਕਿ ਮੈਂ ਨਰਵਸ ਹੋ ਜਾਂਦੀ ਹਾਂ ਸਟੇਜ 'ਤੇ ਆਣ ਕੇ। ਹਰ ਵਾਰੀ ਅੱਛਾ ਕਰਕੇ ਆਈਦਾ, ਪਰ ਸਟੇਜ 'ਤੇ ਨਰਵਸ ਹੋ ਜਾਂਦੀ ਹਾਂ। ਹੁਣ ਤੱਕ ਤੇ ਇੰਨੀ ਵਾਰੀ ਸਟੇਜ ਤੇ ਆ ਗਏ ਹੋ ਤੁਸੀਂ, ਪੂਰੀ ਸਾਰੀ ਤੁਹਾਡੀ ਭੈਣਾਂ, ਤੁਹਾਡੀ ਸਖੀਆਂ ਨੇ, ਕਿਉਂ ਨਰਵਸ ਹੋ ਜਾਂਦੇ ਹੋ? ਪਤਾ ਨਹੀਂ। ਨਹੀਂ ਪਤਾ ਚੱਲਦਾ? ਜੱਜਿਸ ਕੋਲੋਂ ਪੁੱਛਦੇ ਹਾਂ ਤੁਹਾਡੇ ਬਾਰੇ। ਮੈਂ ਹੁਣ ਚਾਹਾਂਗਾ ਕਿ ਇਹ ਹੁਣ ਨਰਵਸ ਦੇ ਅਲਫਾਜ਼ ਨੂੰ ਤਿਆਗ ਦੇਣ। ਜੇ ਹਰ ਵਾਰ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਤੁਸੀਂ ਇਸ ਦੌੜ ਵਿੱਚੋਂ ਪਛੜ ਜਾਓਗੇ। ਬਿਲਕੁਲ ਦੁਰਸਤ, ਕਿਉਂਕਿ ਇੰਨੀ ਵਾਰੀ ਤੁਸੀਂ ਆ ਚੁੱਕੇ ਹੋ। ਸਿਰਫ ਇੱਕ ਨਰਵਸ ਹੋਣ ਕਰਕੇ ਜੇ ਤੁਸੀਂ ਖੁੱਲ ਕੇ ਨਹੀਂ ਗਾ ਪਾਏ, ਤੁਸੀਂ ਤੁਹਾਡੇ ਅੰਦਰ ਜੋ ਹੈਗਾ ਹੈ, ਮੇਰੇ ਖਿਆਲ ਨਾਲ ਤੁਹਾਡੇ ਅੰਦਰ ਉਹ ਸ਼ਮਤਾ ਹੈ ਵੇ, ਤੁਸੀਂ ਅੱਛੇ ਕੀਰਤਨੀਏ ਬਣ ਸਕਦੇ ਹੋ। ਲੇਕਿਨ ਸਿਰਫ ਇੱਕ ਨਰਵਸਨੈਸ, ਇੱਕ ਡਰ ਮੇਰੇ ਖਿਆਲ ਨਾਲ ਹਾਲੇ ਤੱਕ ਦੂਰ ਹੋ ਜਾਣਾ ਚਾਹੀਦਾ ਹੈ। ਸਾਰੇ ਤੁਹਾਡੀਆਂ ਭੈਣਾਂ ਇੰਨੀਆਂ ਪਿਆਰੀਆਂ ਨੇ, ਤੁਹਾਡੇ ਵੀਰ ਤੁਹਾਡੇ ਨਾਲ ਬੈਠੇ ਹੁੰਦੇ ਨੇ। ਚਲੋ ਆਲ ਦ ਬੈਸਟ ਟੂ ਯੂ। ਉਮੀਦ ਕਰਦੇ ਹਾਂ, ਔਰ ਡਰਨ ਦੀ ਕੋਈ ਲੋੜ ਨਹੀਂ ਹੁੰਦੀ, ਨਰਵਸ ਕਦੇ ਨਹੀਂ ਹੋਣਾ। ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ ਜੀ। ਕੁਲਜੀਤ ਕੌਰ ਜੀ ਤੋਂ ਬਾਅਦ ਵਾਰੀ ਆਈ ਜਸਲੀਨ ਕੌਰ ਜੀ ਦੀ। ਸਾਡੇ ਨਾਲ ਨੇ ਤੇ ਆਓ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਬੁਲਾਉਂਦੇ ਹਾਂ। ਜਸਲੀਨ ਕੌਰ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਲੀਨ ਕੌਰ ਜੀ, ਤੁਹਾਡੀ ਪਰਫਾਰਮੈਂਸ ਤੇ ਨਜ਼ਰ ਮਾਰਨੇ ਆ। ਇੱਕ ਹਾਂਜੀ। ਨਜ਼ਰ ਤੁਹਾਡੀ ਪਰਫਾਰਮੈਂਸ। मैं अंधुले की टेक तेरा नाम खुंदकारा मैं गरीब मैं मस्कीन तेरा नाम है आधारा मैं अंधुले की टेक। ਜਸਲੀਨ ਕੌਰ ਜੀ, ਇਹ ਸੀਗੀ ਤੁਹਾਡੀ ਪਰਫਾਰਮੈਂਸ। ਸੈਮੀਫਾਈਨਲਸ ਦਾ ਤੀਸਰਾ ਦੌਰ ਸੀਗਾ। ਤੀਸਰੇ ਐਪੀਸੋਡ ਵਿੱਚ ਤੁਹਾਨੂੰ ਤੀਸਰਾ ਮੌਕਾ ਮਿਲਿਆ। ਤੀਸਰੀ ਵਾਰ ਤੁਸੀਂ ਪਰਫਾਰਮ ਕੀਤਾ ਤੇ ਪਹਿਲੀਆਂ ਦੋ ਪਰਫਾਰਮੈਂਸਸ ਨਾਲੋਂ ਤੁਹਾਨੂੰ ਇਹ ਪਰਫਾਰਮੈਂਸ ਕਿੱਦਾਂ ਦੀ ਲੱਗੀ? ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ, ਲੇਕਿਨ ਕੁਝ ਗਲਾ ਨਾ ਠੀਕ ਹੋਣ ਕਰਕੇ ਥੋੜ੍ਹੀ ਜਿਹੀ ਕਮੀ ਰਹਿ ਗਈ। ਅਤੇ ਜੱਜਿਸ ਨੇ ਜੋ ਦੱਸਿਆ ਉਸੇ ਵੱਲ ਮੈਂ ਗੌਰ ਕਰਾਂਗੀ ਅਤੇ ਅੱਗੋਂ ਕੋਸ਼ਿਸ਼ ਕਰਾਂਗੀ ਕਿ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਜੇ ਮੌਕਾ ਮਿਲਿਆ। ਜੇ ਮੌਕਾ ਮਿਲਿਆ, ਮੌਕਾ ਮਿਲੇਗਾ ਨਹੀਂ ਮਿਲੇਗਾ ਥੋੜ੍ਹੀ ਦੇਰ ਵਿੱਚ ਪਤਾ ਚੱਲਦਾ ਹੈ। ਅਸੀਂ ਮਾਨਯੋਗ ਜੱਜਿਸ ਵੱਲ ਤੁਰਦੇ ਹਾਂ। ਸੋਢੀ ਸਾਹਿਬ, ਜਸਲੀਨ ਕੌਰ ਜੀ ਦੇ ਬਾਰੇ ਬਹੁਤ ਭਾਵਨਾ ਨਾਲ ਬਹੁਤ ਤੁਸੀਂ ਅੱਛਾ ਗਾਇਆ। ਕਿਤੇ ਕਿਤੇ ਗਲੇ ਨੇ ਸਾਥ ਨਹੀਂ ਦਿੱਤਾ। ਮੈਂ ਤੇ ਆਪਣੀ ਟੀਮ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਨੂੰ ਗਲਤੀਆਂ 'ਚ ਨਾ ਰੱਖਿਆ ਜਾਵੇ, ਪਰ ਹੁਣ ਦੇਖਦੇ ਹਾਂ ਵੀ ਕੀ ਹੁੰਦਾ ਹੈ। ਧੰਨਵਾਦ ਜੀ, ਧੰਨਵਾਦ ਤੁਹਾਡਾ ਵੀ। ਆਲ ਦ ਬੈਸਟ ਟੂ ਯੂ। ਥੈਂਕ ਯੂ। ਜਸਲੀਨ ਕੌਰ ਜੀ ਤੋਂ ਬਾਅਦ ਵਾਰੀ ਆਈ ਸਾਡੀ ਅਗਲੀ ਕੰਟੈਸਟੈਂਟ ਦੀ, ਪੁਨੀਤ ਕੌਰ ਜੀ ਦੀ। ਬੁਲਾਉਂਦੇ ਹਾਂ ਪੁਨੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਨੀਤ ਜੀ, ਤੁਹਾਡੀ ਪਰਫਾਰਮੈਂਸ ਇੱਕ ਨਜ਼ਰ ਤੁਹਾਨੂੰ ਵਿਖਾਉਣਾ ਚਾਹਾਂਗੇ। ਅਸੀਂ ਸਾਰੇ ਯਾਦਾਂ ਤਾਜ਼ੀਆਂ ਕਰ ਰਹੇ ਹਾਂ। ਆਲ ਦ ਬੈਸਟ। आज मरे जो नाम न लेवे नाम बिहोन सुखी क्यों सोवे नाम बिहोन सुखी क्यों सोवे। ਪੁਨੀਤ ਜੀ, ਇਹ ਸੀਗੀ ਤੁਹਾਡੀ ਪਰਫਾਰਮੈਂਸ। ਕੀ ਖਿਆਲਾਤ ਨੇ ਤੁਹਾਡੇ ਆਪਣੀ ਇਸ ਪਰਫਾਰਮੈਂਸ ਬਾਰੇ ਐਜ਼ ਕੰਪੇਅਰ ਟੂ ਮਤਲਬ ਪਿਛਲੀਆਂ ਦੋ ਪਰਫਾਰਮੈਂਸਿਸ ਵੇਖੀਏ ਤੇ? ਥੋੜੀ ਬੈਟਰ ਸੀ, ਪਰ ਕਮੀਆਂ ਤਾਂ ਰਹਿ ਜਾਂਦੀਆਂ। ਕਮੀਆਂ ਤੇ ਹਮੇਸ਼ਾ ਰਹਿ ਜਾਂਦੀਆਂ ਕਿਉਂਕਿ ਸਿੱਖਣਾ ਕਦੇ ਘੱਟ ਹੁੰਦਾ ਨਹੀਂ ਹੈ। ਹਮੇਸ਼ਾ ਕੁਛ ਨਾ ਕੁਛ ਸਕੋਪ ਰਹਿੰਦਾ ਇੰਪਰੂਵ ਕਰਨ ਦਾ। ਲੇਕਿਨ ਪਹਿਲਾਂ ਨਾਲੋਂ ਤੁਹਾਨੂੰ ਲੱਗਦਾ ਤੁਸੀਂ ਚੰਗਾ ਪਰਫਾਰਮ ਕੀਤਾ। ਹਾਂਜੀ। ਜੱਜਿਸ ਕੋਲੋਂ ਪੁੱਛਦੇ ਹਾਂ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ। ਪੁਨੀਤ ਕੌਰ ਦੀ ਅੱਜ ਦੀ ਜੋ ਪੇਸ਼ਕਾਰੀ ਸੀ ਉਹ ਕਾਫੀ ਤਸੱਲੀ ਬਖਸ਼ ਸੀ, ਪਰ ਫਿਰ ਵੀ ਕੁਝ ਜੋ ਊਣਤਾਈਆਂ ਨੇ ਉਹ ਛੇਤੀ 'ਚ ਪਤਾ ਲੱਗ ਜਾਏਗਾ। ਕੋਸ਼ਿਸ਼ ਕਰੀਏ ਕਿ ਅਸੀਂ ਤੁਸੀਂ ਮਿਲ ਕੇ ਉਹਨਾਂ ਨੂੰ ਦੂਰ ਕੀਤਾ ਜਾਵੇ, ਪਰ ਫਿਰ ਵੀ ਅੱਛਾ ਸੀ। ਅੱਛਾ ਸੀਗਾ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਆਲ ਦ ਬੈਸਟ ਟੂ ਯੂ। ਪੁਨੀਤ ਕੌਰ ਜੀ ਤੋਂ ਬਾਅਦ ਵਾਰੀ ਆਈ ਪਰਮਪ੍ਰੀਤ ਕੌਰ ਜੀ ਦੀ। ਮੈਂ ਬੁਲਾਉਣਾ ਚਾਹਾਂਗੀ ਪਰਮਪ੍ਰੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਵੇਖਣਾ ਚਾਹੋਗੇ ਆਪਣੀ ਪਰਫਾਰਮੈਂਸ? ਹਾਂਜੀ, ਕਿਉਂ ਵੇਖਣਾ ਚਾਹੋਗੇ? ਕਿਉਂਕਿ ਸਭ ਨੂੰ ਦਿਖਾਣੀ ਹੈ ਇੱਕ ਵਾਰ ਫਿਰ। ਓਕੇ ਜੀ, ਤੁਹਾਨੂੰ ਵੀ ਵਿਖਾਣੇ ਆ, ਉਹ ਵੇਖੋ ਸਾਹਿਬ ਨੇ। के कारज आप खलोया हर काम करावण आया राम आया राम आया राम संता के कारज। ਬਹੁਤ ਵਧੀਆ ਪਰਫਾਰਮੈਂਸ ਸੀਗੀ ਤੁਹਾਡੀ। ਮੈਂ ਇਸ ਕਰਕੇ ਪੁੱਛਿਆ ਸੀਗਾ, ਇਹਦੀ ਵਜ੍ਹਾ ਸੀਗੀ ਕਿ ਕਿਉਂ ਵੇਖਣਾ ਚਾਹੋਗੇ। ਆ ਮੈਂ ਦੱਸਣਾ ਚਾਹੁੰਦੀ ਹਾਂ ਸੀ ਕਿਉਂ ਪਰਫਾਰਮੈਂਸ ਵਿਖਾਉਣਾ ਚਾਹੁੰਦੇ ਆ। ਇੱਕ ਤਾਂ ਜਦ ਤੁਸੀਂ ਪਰਫਾਰਮ ਕਰਦੇ ਹੋ ਤੁਸੀਂ ਪੂਰੇ ਲੀਨ ਹੋ ਜਾਂਦੇ ਹੋ ਉਸ ਭਾਵਨਾ ਦੇ ਵਿੱਚ। ਅਸੀਂ ਚਾਹੁੰਦੇ ਹਾਂ ਤੁਸੀਂ ਆਪ ਵੀ ਵੇਖੋ, ਆਪ ਦੇਖੋ ਕਿ ਜੱਜਿਸ ਜੋ ਤੁਹਾਨੂੰ ਕਹਿੰਦੇ ਨੇ ਤੁਹਾਨੂੰ ਵੀ ਕਿੰਨਾ ਕੁ ਠੀਕ ਲੱਗਦਾ ਹੈ ਕਿ ਹਾਂ ਜੱਜਿਸ ਨੇ ਇਸ ਗੱਲ 'ਤੇ ਪੁਆਇੰਟ ਆਊਟ ਕੀਤਾ ਹੈ ਕਿ ਇਹ ਕਮੀ ਰਹੀ ਹੈ। ਕਿਉਂਕਿ ਜਦ ਤੁਸੀਂ ਆਪਣੇ ਆਪ ਨੂੰ ਆਪੇ ਸੁਣਦੇ ਹੋ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਚੱਲਦਾ ਕਿ ਮੈਂ ਇੱਥੇ ਗਲਤੀ ਕੀਤੀ ਹੈ। ਦੂਸਰੀ ਵਜ੍ਹਾ ਇਹ ਵੇ ਕਿ ਅੱਜ ਰਿਜ਼ਲਟ ਹੈ ਤੇ ਪਤਾ ਨਹੀਂ ਤੁਹਾਡੇ ਵਿੱਚੋਂ ਕੌਣ ਬਾਹਰ ਹੋਏਗਾ। ਸੀ ਯਾਦਾਂ ਤਾਜ਼ੀਆਂ ਤੇ ਕਰਨੀਆਂ ਹੀ ਨੇ। ਹਾਂਜੀ ਬਿਲਕੁਲ ਠੀਕ ਹੈ ਨਾ। ਤੇ ਤੁਹਾਨੂੰ ਕਿੱਦਾਂ ਲੱਗੀ ਆਪਣੀ ਪਰਫਾਰਮੈਂਸ? ਮੈਂ ਤੇ ਜੋ ਸਿੱਖਿਆ ਸੀ ਉਹੀ ਗਾਇਆ, ਬਾਕੀ ਗਲਤੀਆਂ ਤੇ ਜੱਜਸ ਦੱਸਣਗੇ। ਗਲਤੀਆਂ ਜੱਜਿਸ ਆਪੇ ਨਹੀਂ ਕੁਝ ਕਹਿਣਾ ਚਾਹੋਗੇ? ਮੈਨੂੰ ਗਲਤੀਆਂ ਪਤਾ ਹੁੰਦੀਆਂ ਤੇ ਮੈਂ ਸੁਧਾਰ ਲੈਂਦੀ। ਇਹ ਵੀ ਠੀਕ ਗੱਲ ਹੈ ਜੀ। ਕਹਿੰਦੇ ਮੈਨੂੰ ਗਲਤੀਆਂ ਪਤਾ ਹੁੰਦੇ ਸੁਧਾਰ। ਇਹਨਾਂ ਨੇ ਕਿਸ ਤਰ੍ਹਾਂ ਗਾਇਨ ਕੀਤਾ ਇਸ ਵਾਰੀ? ਸੋਰੀ ਸਾਹਿਬ ਬਹੁਤ ਅੱਛਾ ਗਾਇਆ ਇਹਨਾਂ ਨੇ।
ਜਿਹੜੀ ਧੁਨੀ ਸੀ, ਸ਼ਬਦ ਦੀ ਤਰਜ਼ ਸੀ, ਉਹ ਸ਼ਬਦ ਦੀ ਭਾਵਨਾ ਨੂੰ ਦਰਸਾਉਂਦੀ ਸੀ। ਅੱਛਾ ਗਾਇਆ ਇਹਨਾਂ ਨੇ। ਅੱਛਾ ਗਾਇਆ ਸੀ, ਜੱਜਸ ਨੂੰ ਪਸੰਦ ਆਇਆ। ਵੇਖਦੇ ਹਾਂ ਰਿਜ਼ਲਟ ਕੀ ਹੁੰਦਾ। ਆਲ ਦ ਬੈਸਟ। ਥੈਂਕ ਯੂ। ਪਰਮਪ੍ਰੀਤ ਕੌਰ ਜੀ ਤੋਂ ਬਾਅਦ ਇਸ ਐਪੀਸੋਡ ਨੂੰ ਅੰਜਾਮ ਦਿੱਤਾ ਹਮੇਸ਼ਾ ਦੀ ਤਰ੍ਹਾਂ ਸਾਡੀ ਪਿਆਰੀ ਜੀ ਕੰਟੈਸਟੈਂਟ ਰਸ਼ਮੀਤ ਕੌਰ ਜੀ ਨੇ। ਮੈਂ ਬੁਲਾਉਣਾ ਚਾਹਾਂਗੀ ਰਸ਼ਮੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਦ ਫਤਿਹ ਬੁਲਾਉਂਦੇ ਹੋ ਬਹੁਤ ਚੰਗੇ ਲੱਗਦੇ ਹੋ। थैंक यू। ਤੁਹਾਡੀ ਪਰਫਾਰਮੈਂਸ। चल स्यो पाए नहीं तोल मन के राम लिया है मोल मन दे राम लिया है मोल मन दे राम लिया है मोल कंचन स्यो पाए नहीं तोल। ਰਸ਼ਮੀਤ ਕੌਰ ਜੀ, ਕਿਸ ਤਰ੍ਹਾਂ ਲੱਗੀ ਆਪਣੀ ਪਰਫਾਰਮੈਂਸ ਤੁਹਾਨੂੰ? अपनी तरफ से तो पूरी कोशिश की है, बाकी आई होप जजिस ਨੂੰ ਵੀ ਪਸੰਦ ਆਇਆ ਹੋਗਾ। ਬਸ ਪਿਛਲੀ ਵਾਰੀ ਨਾਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂਜੀ, ਤੁਸੀਂ? ਮੈਂ ਹੋਰ ਥੋੜੀ ਵੇਰੀਏਸ਼ਨਸ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਜੱਜਿਸ ਨੇ ਵੀ ਅੱਛੇ ਕਮੈਂਟਸ ਦਿੱਤੇ ਸੀਗੇ। ਜੀ ਬਿਲकुल। ਜੱਜਿਸ ਕੋਲ ਇੱਕ ਵਾਰ ਫਿਰ ਪੁੱਛਨੇ ਆ। ਮੈਂ ਪੁੱਛਣਾ ਚਾਹਾਂਗੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ। ਰਸ਼ਮੀਤ ਕੌਰ ਬੜੀ ਪਿਆਰੀ ਬੱਚੀ ਹੈ ਔਰ ਸਾਨੂੰ ਬੜੀ ਚੰਗੀ ਵੀ ਲੱਗਦੀ ਹੈ, ਪਰ ਇਹ ਪਛੜ ਕੇ ਚੱਲ ਰਹੀ ਹੈ ਦੂਸਰਿਆਂ ਨਾਲੋਂ, ਕਿਉਂਕਿ ਇੰਨਾ ਮੁਕਾਬਲਾ ਫਸਵਾਂ ਹੋ ਰਿਹਾ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਮਾੜਾ ਨਹੀਂ, ਸਾਰੇ ਅੱਛੇ ਨੇ। ਜੀ ਪਰ ਸਾਨੂੰ ਇਹ ਦੇਖਣਾ ਪਏਗਾ ਕਿ ਬਹੁਤ ਅੱਛਾ ਕੌਣ ਹੈ। ਬਿਲਕੁਲ ਇਹਦੇ ਵਿੱਚ ਜਦੋਂ ਕਿਸੇ ਨੂੰ ਅਸੀਂ ਆਊਟ ਕਰਦੇ, ਸਾਨੂੰ ਇਹ ਦੇਖਣਾ ਕਿ ਬਹੁਤ ਅੱਛਾ ਕੌਣ ਹੈ ਜੀ। ਤੇ ਉਹ ਤੋਂ ਥੋੜਾ ਪਿੱਛੇ ਕੌਣ ਹੈ। 19-21 ਦਾ ਫਰਕ ਹੁੰਦਾ ਹੈ। ਥੋੜਾ ਪਛੜ ਕੇ ਚੱਲ ਰਹੀ, ਜਿਸ ਦਾ ਮੈਨੂੰ ਅਫਸੋਸ ਹੈ। ਵਰਕ ਕਰਨਾ ਤੁਸੀਂ ਹੋਰ। ਠੀਕ ਹੈ ਜੀ, ਆਲ ਦ ਬੈਸਟ। ਸਾਡੀ ਭੈਣਾਂ ਤੋਂ ਬਾਅਦ ਵਾਰੀ ਆਉਂਦੀ ਹੈ ਸਾਡੇ ਸਿੰਘ ਵੀਰਾਂ ਦੀ। ਸਾਡੇ ਸਿੰਘ ਵੀਰਾਂ ਨੇ ਵੀ ਪਰਫਾਰਮ ਕੀਤਾ ਇੱਥੇ ਆ ਕੇ। ਅਗਲੇ ਐਪੀਸੋਡ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ब्रेक तो बाद प्रोग्राम पलो पलो रे कीर्तनिया विच मैं निमी सिंह एक बार फिर हाजिर हाँ आप सब जी दे सामने। दर्शकों तुसी वेखदे पए हो सैमीफाइनल राउंड्स दे विच ਇਹ ਤੀਜਾ ਦੌਰ है ਤੇ ਇਹ ਦੌਰ ਅੱਜ ਮੁਕੰਮਲ ਹੋ ਜਾਏਗਾ ਕਿਉਂਕਿ ਅੱਜ ਅਸੀਂ ਆ ਪਹੁੰਚੇ ਹਾਂ ਰਿਜ਼ਲਟ ਐਪੀਸੋਡ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਸਾਡੀਆਂ ਭੈਣਾਂ ਬਾਰੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਉਹਨਾਂ ਦੀ ਪਰਫਾਰਮੈਂਸ ਵੇਖੀ। ਇਹਨਾਂ ਦੀ ਪਰਫਾਰਮੈਂਸ ਬਾਰੇ ਮੈਂ ਪੁੱਛਣਾ ਚਾਹਾਂਗੀ ਸੋਢੀ ਸਾਹਿਬ ਕੋਲੋਂ, ਕੀ ਕਹਿਣਾ ਹੈ ਤੁਹਾਡਾ ਸਾਡੀ ਭੈਣਾਂ ਬਾਰੇ, ਇਹਨਾਂ ਦੀ ਪਰਫਾਰਮੈਂਸਿਸ ਦੇ ਬਾਰੇ? ਜਿਵੇਂ ਨਿਰਮਲ ਸਿੰਘ ਹੁਣਾਂ ਨੇ ਆਖਿਆ, ਸਭ ਇੱਕ ਤੋਂ ਇੱਕ ਹੈ। ਜਿਵੇਂ ਅਸੀਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਵੀ 19-21 ਦਾ ਫਰਕ ਹੈ। ਸਾਰੇ ਬਹੁਤ ਅੱਛੇ ਗਾਉਂਦੇ ਨੇ, ਪਰ ਇੱਕ ਖੁਸ਼ਖਬਰੀ ਮੈਂ ਇਹਨਾਂ ਨੂੰ ਸੁਣਾਉਣੀ ਹੈ। ਇਹਨਾਂ ਬੱਚਿਆਂ ਨੂੰ ਅਸੀਸਾਂ ਦੇਣ ਵਾਸਤੇ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਅੱਗੇ ਆ ਰਹੀਆਂ ਨੇ। ਅਸੀਂ ਸਮੇਂ-ਸਮੇਂ ਨਾਲ ਉਹ ਦੱਸਦੇ ਰਹਾਂਗੇ। ਇੰਨਾ ਕੁ ਮੈਂ ਜਿਵੇਂ ਹਰ ਵਾਰੀ ਦੱਸਦਾ ਹਾਂ ਵੀ ਅਮਰੀਕਾ ਤੋਂ ਮੇਰੇ ਵੱਡੇ ਵੀਰ ਸਰਦਾਰ ਗੁਰਚਰਨ ਸਿੰਘ ਜੀ ਰੱਕੜ, ਉਹਨਾਂ ਨੇ ਉਪਰਾਲਾ ਕੀਤਾ ਹੈ। ਉਹਨਾਂ ਕੀਰਤਨੀਆਂ ਨੂੰ ਅਮਰੀਕਾ ਦੇ ਸੰਗਤਾਂ ਦੇ ਵੀ ਦਰਸ਼ਨ ਕਰਾਣੇ ਨੇ ਤੇ ਦਾਸ ਵੱਲੋਂ ਵੀ 51 ਹਜ਼ਾਰ ਰੁਪਈਆ ਇਹਨਾਂ ਕੀਰਤਨੀਆਂ ਨੂੰ ਦਿੱਤਾ ਜਾਵੇਗਾ। ਉਹ ਭਾਗਾਂ ਵਾਲਾ ਕੌਣ ਹੋਏਗਾ, ਇਹ ਸਤਿਗੁਰੂ ਜਾਣਦੇ ਨੇ। ਜੀ ਬਿਲਕੁਲ ਜ਼ਰੂਰ। ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਹੀ ਪੁੱਛਣਾ ਚਾਹਾਂਗੀ ਕਿ ਇਸ ਵਾਰੀ ਸਾਡੀਆਂ ਭੈਣਾਂ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ ਹੈ? ਸੋਢੀ ਸਾਹਿਬ ਠੀਕ ਕਹਿ ਰਹੇ ਨੇ। ਜੋ ਇਹ ਕਾਫੀ ਔਖੇ ਫੈਸਲੇ ਹੁੰਦੇ ਆ, ਕਈ ਵਾਰੀ ਸਾਡੇ ਲਈ ਅਜਿਹੀਆਂ ਗੱਲਾਂ ਆਉਂਦੀਆਂ ਕਿ ਕਿਸ ਤਰੀਕੇ ਦਾ ਸਲੂਕ ਕੀਤਾ ਜਾਵੇ ਬੱਚਿਆਂ ਨੂੰ। ਬੱਚੇ ਸਾਰੇ ਹੀ ਇੱਕੋ ਜਿਹੇ ਨੇ, ਪਰ ਇੱਥੇ ਆਣ ਕੇ ਬੜਾ ਇੱਕ ਬੰਦਾ ਮੰਝ ਤਾਰ ਵਿੱਚ ਫਸ ਜਾਂਦਾ ਹੈ ਕਿ ਇੱਧਰ ਜਾਈਏ ਜਾਂ ਉੱਧਰ ਜਾਈਏ। ਉੱਥੇ ਆਣ ਕੇ ਬਹੁਤ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਦੇਖਣਾ ਪੈਂਦਾ ਕਿ ਕਿਹੜਾ ਬੱਚਾ ਬਾਹਰ ਜਾਏਗਾ, ਕਿਹੜਾ ਰੱਖਿਆ ਜਾਏਗਾ। ਆਖਰਕਾਰ ਤੇ ਜੇ ਇੱਕ ਰੱਖਣਾ ਤੇ ਬਾਕੀਆਂ ਨਾਲ ਤੇ ਉਹ ਹੋਏਗਾ ਹੀ। ਲੇਕਿਨ ਅਸੀਂ ਫਿਰ ਵੀ ਬੜੀ ਸਾਵਧਾਨੀ ਵਰਤ ਰਹੇ ਹਾਂ ਕਿ ਕੋਈ ਸਾਡੇ ਕੋਲੋਂ ਗਲਤ ਫੈਸਲਾ ਨਾ ਹੋਵੇ। ਤੇ ਪਰ ਜੋ ਇਹਨਾਂ ਦੀ ਹੌਸਲਾ ਅਫਜ਼ਾਈ ਦੀ ਗੱਲ ਚੱਲ ਰਹੀ ਹੈ, ਇਹ ਇੱਕ ਬਹੁਤ ਵੱਡਾ ਉਦਮ ਹੈ MH1 ਦਾ। ਔਰ ਇਤਿਹਾਸਕ ਤੌਰ ਤੇ ਇਹ ਜਿਹੜੇ ਤੱਤ ਸਾਡੇ ਵਿੱਚ ਜੋ ਬਣ ਰਹੇ ਨੇ, ਸਾਹਮਣੇ ਵੀ ਆਉਣ ਵਾਲੇ ਨੇ। ਔਰ ਮੈਂ ਸਮਝਦਾ ਹਾਂ ਕਿ ਜਿਵੇਂ ਕਿ ਕਹਿ ਰਹੇ ਨੇ ਸਭਾ ਸੁਸਾਇਟੀਆਂ ਦੀ ਗੱਲ, ਇਹ ਬੱਚੇ ਅੱਜ ਦੇ ਗਲੈਮਰ ਯੁੱਗ ਵਿੱਚ ਜੋ ਕੀਰਤਨ ਵੱਲ ਆ ਰਹੇ ਨੇ
ਤੇ ਜੇ ਇਹਨਾਂ ਦੀ ਅਸੀਂ ਹੌਸਲਾ ਅਫਜ਼ਾਈ ਨਹੀਂ ਕਰਾਂਗੇ ਤੇ ਮੈਂ ਸਮਝਦਾ ਕਿ ਬਹੁਤ ਹੀ ਚੰਗੀ ਗੱਲ ਨਹੀਂ। ਬਿਲਕੁਲ ਜੀ, ਦਰੁਸਤ, ਧੰਨਵਾਦ ਜੀ। ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਆਪਣੀ ਭੈਣਾਂ ਬਾਰੇ, ਤੇ ਹੁਣ ਆਓ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਸਾਡੇ ਸਿੰਘ ਵੀਰਾਂ ਬਾਰੇ। ਤੇ ਸਿੰਘ ਵੀਰਾਂ ਵਿੱਚੋਂ ਸਭ ਤੋਂ ਪਹਿਲੇ ਹਮੇਸ਼ਾ ਆਂਦੇ ਰਹੇ ਨੇ ਸਾਡੇ ਵੀਰ ਗੁਰਦੇਵ ਸਿੰਘ ਜੀ, ਤੇ ਇੱਕ ਵਾਰ ਫਿਰ ਤੋਂ ਮੈਂ ਉਹਨਾਂ ਨੂੰ ਸੱਦਾ ਦੇਣਾ ਚਾਹਾਂਗੀ। ਗੁਰਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਗੁਰਦੇਵ ਸਿੰਘ ਜੀ। ਧੰਨਵਾਦ ਜੀ। ਅੱਜ ਰਿਜ਼ਲਟ ਐਪੀਸੋਡ ਹੈ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਤੁਹਾਡੇ ਸਾਰਿਆਂ ਦੇ ਨਾਲ ਨੇ। ਤੇ ਆਓ ਫਿਰ ਇੱਕ ਨਜ਼ਰ ਵੇਖਦੇ ਹਾਂ ਤੁਹਾਡੀ ਪਰਫਾਰਮੈਂਸ। ਸਾਹਮਣੇ ਵੇਖੋ ਜੀ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾ ਨਾਨਕ ਕਸ ਮਲ ਜਾਹੇ, ਹਰ ਹਾ ਨਾਨਕ ਕਸ ਮਲ ਜਾਹੇ, ਨਾਏ ਰਾਮਦਾਸ ਸਰ, ਨਾਏ ਰਾਮਦਾਸ ਸਰ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ। ਬੇਹਦ ਉਮਦਾ ਪਰਫਾਰਮੈਂਸ ਸੀਗੀ ਤੁਹਾਡੀ। ਤੁਹਾਡੇ ਆਪਣੇ ਕੀ ਵਿਚਾਰ ਨੇ ਆਪਣੀ ਪਰਫਾਰਮੈਂਸ ਬਾਰੇ? ਮੈਂ ਪਿਛਲੇ ਐਪੀਸੋਡ ਵਿੱਚ ਜੋ ਚਾਹੁੰਦਾ ਸੀ ਨਹੀਂ ਕਰ ਸਕਿਆ, ਔਰ ਮੈਂ ਆਪਣੇ ਸਤਿਕਾਰਯੋਗ ਜੱਜ ਸਾਹਿਬਾਨਾਂ ਦਾ ਮਨ ਖੁਸ਼ ਨਹੀਂ ਸੀ ਕਰ ਸਕਿਆ। ਹੁਣ ਮੈਂ ਕੋਸ਼ਿਸ਼ ਕੀਤੀ ਹੈ, ਅੱਗੇ ਜੋ ਜੱਜ ਸਾਹਿਬਾਨਾਂ ਦਾ ਵਿਚਾਰ ਹੋਏਗਾ ਇਹਨਾਂ ਦੀਆਂ ਅਸੀਸਾਂ ਲੈਣ ਵਾਸਤੇ ਆਇਆ ਹਾਂ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਮੈਂ ਇੱਥੇ ਜਿੱਤਣ ਵਾਸਤੇ ਨਹੀਂ, ਕੁਝ ਸਿੱਖਣ ਵਾਸਤੇ ਅਤੇ ਇਹਨਾਂ ਦੀਆਂ ਅਸੀਸਾਂ ਲੈਣ ਵਾਸਤੇ ਆਇਆ ਹਾਂ। ਸੋ ਜੋ ਇਹਨਾਂ ਦਾ ਫੈਸਲਾ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਹੈ। ਬਿਲਕੁਲ ਠੀਕ ਜੀ। ਮੈਂ ਪੁੱਛਣਾ ਚਾਹਾਂਗੀ, ਜੱਜਸ ਦੇ ਵਿਚਾਰਾਂ ਦੀ ਤੁਸੀਂ ਗੱਲ ਕੀਤੀ ਹੈ, ਤੇ ਆਓ ਫਿਰ ਜੱਜਸ ਦੇ ਵਿਚਾਰ ਜਾਣਦੇ ਹਾਂ ਤੁਹਾਡੀ ਇਸ ਵਾਰੀ ਦੀ ਪਰਫਾਰਮੈਂਸ ਬਾਰੇ। ਸੋਰੀ ਸਾਹਿਬ, ਇਸ ਵਾਰੀ ਗੁਰਦੇਵ ਸਿੰਘ ਜੀ ਨੇ ਕਿੱਦਾਂ ਪਰਫਾਰਮ ਕੀਤਾ? ਪਿੱਛੇ ਨਾਲੋਂ ਅੱਜ ਚੰਗਾ ਇਹਨਾਂ ਨੇ ਗਾਵਿਆ, ਪਰ ਜੇ ਪ੍ਰਮਾਣ ਨਾ ਲਾਉਂਦੇ ਤੇ ਹੋਰ ਚੰਗੇ ਰਹਿ ਜਾਣਾ ਸੀ। ਕਈ ਵਾਰੀ ਜ਼ਿਆਦਾ ਕਰਦੇ ਆਪਾਂ, ਥੋੜ੍ਹੇ ਕਰ ਲੈਂਦੇ ਹਾਂ। ਪ੍ਰਮਾਣ ਵਿੱਚ ਸੁਰ ਤੁਹਾਡਾ ਕੁਝ ਘਟ ਗਿਆ ਸੀ, ਅੱਗੇ ਤੋਂ ਖਿਆਲ ਰੱਖਣਾ। ਠੀਕ ਹੈ ਜੀ, ਮੈਂ ਕੋਸ਼ਿਸ਼ ਕਰਾਂਗਾ। ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਰਿਜ਼ਲਟ ਦਾ ਇੰਤਜ਼ਾਰ ਕਰੋ ਬਸ ਥੋੜੀ ਦੇਰ ਬਾਅਦ। ਆਲ ਦ ਬੈਸਟ। ਗੁਰਦੇਵ ਸਿੰਘ ਜੀ ਤੋਂ ਬਾਅਦ ਇੱਥੇ ਆਏ ਵਿਕਰਮਜੀਤ ਸਿੰਘ ਜੀ। ਆਓ ਇੱਕ ਵਾਰ ਫਿਰ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਿਕਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਵਿਕਰਮ ਜੀ। ਧੰਨਵਾਦ ਜੀ। ਤਿਆਰੀ ਪੂਰੀ ਸੀਗੀ ਇਸ ਵਾਰੀ? ਤਿਆਰੀ ਇਸ ਤਰ੍ਹਾਂ ਜੀ, ਗੁਰਮਤਿ ਸੰਗੀਤ ਇੱਕ ਸਮੁੰਦਰ ਦੇ ਬਰਾਬਰ ਹੈ, ਅਤੇ ਸਾਡੇ ਸਤਿਕਾਰਯੋਗ ਜਿਹੜੇ ਜੱਜ ਸਾਹਿਬਾਨ ਨੇ ਇੱਕ ਮੰਝੇ ਹੋਏ ਤੈਰਾਕ ਨੇ ਇਸ ਸਮੁੰਦਰ ਦੇ, ਅਤੇ ਇਹਨਾਂ ਕੋਲੋਂ ਪੁੱਛ ਕੇ ਸਮੁੰਦਰ ਵਿੱਚ ਤਾਰੀ ਲਾਉਣ ਦੀ ਕੋਸ਼ਿਸ਼ ਤਾਂ ਕਰੀਦੀ ਹੈ, ਅਤੇ ਕਦੀ ਸਫਲ ਹੋ ਵੀ ਜਾਈਦਾ, ਕਦੀ ਨਹੀਂ ਵੀ। ਅਤੇ ਬਾਕੀ ਅੱਗੇ ਪਰਫਾਰਮੈਂਸ ਤੇ ਪਤਾ ਹੀ ਹੈ। ਪਰਫਾਰਮੈਂਸ ਤੇ ਪਤਾ ਹੀ ਹੈ। ਪਰਫਾਰਮੈਂਸ ਇੱਕ ਵਾਰ ਫਿਰ ਵੇਖੀਏ। ਜ਼ਰੂਰ ਜੀ। ਸਾਹਮਣੇ ਵੇਖੋ ਜੀ। ਦੁਨੀਆ ਹੁਸ਼ਿਆਰ ਬੇਦਾ, ਹੁਸ਼ਿਆਰ ਬੇਦਾ, ਜਾਗਤ ਮੁਸੀਅਤ ਹੋਰੇ ਪਾਈ, ਜਾਗਤ ਮੁਸੀਅਤ ਹੋਰੇ ਪਾਈ, ਨਿਗਮ ਹੁਸ਼ਿਆਰ ਪਹਿਰੂਆ, ਦੇਖਤ ਜਮ ਲੈ ਜਾਈ। ਤੁਹਾਡੀ ਪਰਫਾਰਮੈਂਸ ਵੇਖੀ ਤੁਸੀਂ ਆਪੇ? ਵੇਖੀ ਜੀ। ਕਿਸ ਤਰ੍ਹਾਂ ਲੱਗੀ? ਕੁਛ ਠੀਕ ਵੀ ਸੀ, ਕੁਛ ਨਹੀਂ ਵੀ, ਅਤੇ ਡਿਪੈਂਡ ਔਨ ਜੱਜਸ। ਤੁਹਾਨੂੰ ਕੀ ਕੁਝ ਠੀਕ ਨਹੀਂ ਲੱਗਿਆ? ਠੀਕ ਇਸ ਤਰ੍ਹਾਂ ਆ ਵੀ ਜਿਸ ਤਰ੍ਹਾਂ ਨਾਲ ਹੋਰ ਇੰਨੇ ਪਾਰਟਿਸਪੈਂਟਸ ਨੇਗੇ ਅਤੇ ਕਾਫੀ ਜ਼ਿਆਦਾ ਵਧੀਆ ਗਾਉਂਦੇ ਨੇ, ਅਤੇ ਜਿਸ ਤਰ੍ਹਾਂ ਮੈਨੂੰ ਪਿਛਲੇ ਐਪੀਸੋਡ ਦੇ ਵਿੱਚ ਵੀ ਜੱਜਸ ਨੇ ਕਿਹਾ ਸੀ ਕੁਛ ਰਿਆਜ਼ ਦੀ ਘਾਟ ਕਾਰਨ ਕੁਛ ਗਲਤੀਆਂ ਹੋ ਜਾਂਦੀਆਂ ਨੇ, ਅਤੇ ਧਿਆਨ ਕਰ ਰਹੇ ਹਾਂ ਉਹਨਾਂ ਗਲਤੀਆਂ ਨੂੰ ਕੇਂਦਰਿਤ ਕਰ ਰਹੇ ਹਾਂ ਆਪਣੇ ਅੰਦਰ, ਅਤੇ ਹੋਰ ਮਚ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਬਿਲਕੁਲ। ਆਪਣੀ ਇੱਕ ਵਾਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਕੰਪੀਟੀਸ਼ਨ ਭਾਵੇਂ ਇੱਕ ਮੁਕਾਬਲਾ ਹੈ ਜਿਹਦੇ ਵਿੱਚ ਇੱਕ ਦਾ ਦੂਜੇ ਨਾਲ ਕੰਪੈਰੀਜ਼ਨ ਸਾਡੇ ਜੱਜਸ ਕਰਦੇ ਨੇ, ਤੁਸੀਂ ਇਹ ਸੋਚੋ ਕਿ ਮੇਰਾ ਮੇਰੇ ਨਾਲ ਮੁਕਾਬਲਾ ਹੈ। ਬਿਲਕੁਲ ਜੀ। ਹੌਲੀ ਹੌਲੀ ਅੱਗੇ ਵੱਧਦੇ ਜਾਓਗੇ ਜੀ। ਜੱਜਸ ਕੋਲੋਂ ਪੁੱਛਦੇ ਹਾਂ, ਭਾਈ ਸਾਹਿਬ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਪੁੱਛਣਾ ਚਾਹਾਂਗੀ ਇਹਨਾਂ ਬਾਰੇ। ਇਸ ਵਾਰੀ ਵਿਕਰਮਜੀਤ ਸਿੰਘ ਨੇ ਥੋੜੀ ਜੀ
ਲੰਮੀ ਪਲਾਂਘ ਪੁੱਟੀ ਹੈ, ਇੱਕ ਪੌੜੀ ਅਗਾਂਹ ਚੜ੍ਹੇ ਨੇ। ਧੰਨਵਾਦ ਜੀ। ਤੇ ਮੈਂ ਆਸ ਰੱਖਦਾ ਕਿ ਪਿਛਾਂਹ ਨੂੰ ਆਉਣਾ ਠੀਕ ਨਹੀਂ ਹੁੰਦਾ, ਸਿੰਘ ਅਗਾਂਹ ਨੂੰ ਜਾਂਦੇ ਨੇ। ਸਿੰਗਰ ਤੁਹਾਡਾ ਆਸ਼ੀਰਵਾਦ ਨਾ ਰਹੇਗਾ ਜੀ, ਜ਼ਰੂਰ ਇਸੇ ਤਰ੍ਹਾਂ ਹੀ ਪਲੰਘਾਂ ਪੁੱਟਦੇ ਜਾਵਾਂਗੇ ਤੇ ਸਿਰਫ ਆਪਣਾ ਮਿਹਰ ਭਰਿਆ ਹੱਥ ਸਿਰ ਤੋਂ ਨਾ ਚੱਕਣਾ। ਤੁਹਾਡੇ ਆਸ਼ੀਰਵਾਦ ਦੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਦੀ ਬਹੁਤ ਜ਼ਰੂਰਤ ਹੈ ਜੀ। ਇਸੀ ਭਾਵਨਾ ਦੇ ਨਾਲ ਤੁਸੀਂ ਕੀਰਤਨ ਕਰਦੇ ਜਾਓ, ਗੁਰੂ ਘਰ ਦੇ ਨਾਲ ਜੁੜੇ ਰਹੋ, ਧੰਨਵਾਦ ਜੀ। ਕਿਰਪਾ ਬਣੀ ਰਹੇਗੀ। ਆਲ ਦ ਬੈਸਟ ਟੂ ਯੂ ਜੀ। ਵਿਕਰਮਜੀਤ ਸਿੰਘ ਜੀ ਤੋਂ ਬਾਅਦ ਸਾਡੇ ਐਸੇ ਸਿੰਘ ਵੀਰ ਆਏ ਜਿਨ੍ਹਾਂ ਦੀ ਭਾਵਨਾ ਦੀ ਸਾਡੇ ਮਾਨਯੋਗ ਜੱਜਿਸ ਨੇ ਹਮੇਸ਼ਾ ਤਾਰੀਫ ਕੀਤੀ ਹੈ। ਮੈਂ ਗੱਲ ਕਰ ਰਹੀ ਹਾਂ ਹਰਭਜਨ ਸਿੰਘ ਜੀ ਦੀ। ਇੱਕ ਵਾਰ ਫਿਰ ਤੋਂ ਬੁਲਾਉਣਾ ਚਾਹਾਂਗੀ ਹਰਭਜਨ ਸਿੰਘ ਜੀ ਨੂੰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਭਜਨ ਸਿੰਘ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਇੱਕ ਨਜ਼ਰ ਵੇਖਦੇ ਹਾਂ ਤੁਹਾਡੀ ਪਰਫਾਰਮੈਂਸ, ਸਾਹਮਣੇ ਵੇਖੋ ਜੀ। ਬਿਨ ਸਰੈਨ ਹਰ ਕੀਰਤਨ ਗਾਇ, ਸੋ ਜਨ ਜਮ ਕੀ ਵਾਟ ਨਾ ਪਾਈਐ। ਸੋ ਜਨ ਜਮ ਕੀ ਵਾਟ ਨ ਪਾਈਐ। ਦਿਨ ਸਰੈਣ ਹਰ ਕੀਰਤਨ ਗਾਈਐ। ਹਰਭਜਨ ਸਿੰਘ ਜੀ, ਕਿਸ ਤਰ੍ਹਾਂ ਲੱਗੀ ਆਪਣੀ ਪਰਫਾਰਮੈਂਸ ਤੁਹਾਨੂੰ ਜੋ ਹੁਣੇ ਤੁਸੀਂ ਵੇਖੀ? ਠੀਕ ਠੀਕ ਸੀ। ਠੀਕ ਠੀਕ ਸੀਗੀ, ਕਿਤੇ ਕਮੀ ਰਹਿ ਗਈ ਤੁਹਾਨੂੰ ਲੱਗਦਾ ਹੈ? ਆਰੰਭ ਕਰਨ ਸਮੇਂ ਆਲਾਪ ਦੇ ਵਿੱਚ ਥੋੜਾ ਜਿਹਾ ਸੁਰ ਕੱਟ ਗਿਆ ਸੀ। ਬਾਕੀ ਸੁਰਕਟ ਜੱਜ ਸਾਹਿਬਾਨ ਨੂੰ ਪਤਾ ਹੈ। ਜੱਜ ਸਾਹਿਬਾਨ ਕੋਲੋਂ ਫਿਰ ਤੋਂ ਪੁੱਛਦੇ ਹਾਂ ਜੀ। ਮੈਂ ਸੋਢੀ ਸਾਹਿਬ ਕੋਲੋਂ ਪੁੱਛਾਂਗੀ, ਇਸ ਵਾਰੀ ਹਰਭਜਨ ਜੀ ਨੇ ਕਿਸ ਤਰ੍ਹਾਂ ਪਰਫਾਰਮ ਕੀਤਾ? ਹੁਣ ਸਾਰੇ ਥੋੜ੍ਹੇ ਥੋੜ੍ਹੇ ਫਰਕ ਨਾਲ ਚੱਲ ਰਹੇ ਨੇ। ਸ਼ੁਰੂਆਤ ਵਿੱਚ ਇਹਨਾਂ ਨੇ ਆਲਾਪ ਲਾਇਆ, ਉਹਦੇ ਵਿੱਚ ਇਹ ਫਿੱਕੇ ਹੋ ਗਏ ਸਨ ਜੀ। ਦੇਖਦੇ ਹਾਂ ਕੀ ਬਣਦਾ। ਜੱਜਿਸ ਰਿਜ਼ਲਟ ਹਾਲੇ ਨਹੀਂ ਦੱਸਣ ਲੱਗੇ, ਨਹੀਂ ਛੇਤੀ ਇੰਤਜ਼ਾਰ ਕਰਾਉਣਗੇ ਸਾਨੂੰ। ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ। ਹਰਭਜਨ ਸਿੰਘ ਜੀ ਤੋਂ ਬਾਅਦ ਸਾਡੇ ਅਗਲੇ ਕੰਟੈਸਟੈਂਟ ਜੋ ਇੱਥੇ ਆਏ ਉਹ ਨੇ ਜਲੰਧਰ ਤੋਂ ਪਰਮਿੰਦਰ ਸਿੰਘ ਜੀ। ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ। ਤੁਹਾਡੀ ਪਰਫਾਰਮੈਂਸ ਵੀ ਤੁਹਾਨੂੰ ਛੇਤੀ ਨਾਲ ਵਿਖਾਣੇ ਆ, ਸਾਹਮਣੇ ਵੇਖੋ ਜੀ। ਪ੍ਰਭ ਜੀਓ, ਪ੍ਰਭ ਜੀਓ, ਖਸਮਾ ਨਾ ਕਰ ਪਿਆਰੇ, ਖਸਮਾ ਨਾ ਕਰ ਪਿਆਰੇ, ਖਸਮਾ ਨਾ ਕਰ ਪਿਆਰੇ, बुरे पले हम खारे, बुरे पले हम थारे, बुरे पले हम थारे, खसमा ना कर प्यारे। ਪਰਮਿੰਦਰ ਜੀ, ਕਿਸ ਤਰ੍ਹਾਂ ਲੱਗੀ ਤੁਹਾਨੂੰ ਆਪਣੀ ਪਰਫਾਰਮੈਂਸ? ਮੇਰੀ ਪਰਫਾਰਮੈਂਸ 'ਚ ਜੋ ਕਮੀਆਂ ਸਨ ਉਹ ਲੁਕੀਆਂ ਛਪੀਆਂ ਨਹੀਂ, ਉਹ ਸਾਹਮਣੇ ਆਈ ਗਈਆਂ ਸੀਗੀਆਂ। ਅਤੇ ਜੱਜ ਸਾਹਿਬਾਨ ਨੇ ਵੀ ਜਿਵੇਂ ਜ਼ਿਕਰ ਕਰ ਹੀ ਦਿੱਤਾ ਸੀਗਾ, ਅਤੇ ਬਾਕੀ ਠੀਕ ਠੀਕ ਸੀਗੇ ਕੋਈ। ਹਾਂਜੀ, ਜੱਜਿਸ ਕੋਲੋਂ ਪੁੱਛੇ ਇੱਕ ਵਾਰ ਫਿਰ। ਭਾਈ ਸਾਹਿਬ, ਭਾਈ ਨਿਰਮਲ ਸਿੰਘ ਖਾਲਸਾ ਜੀ। हाँ, परमिंदर जी भी अच्छी कोशिश कर रहे ने और अगाह ਨੂੰ ਜਾ ਰਹੇ ਨੇ। ਥੋੜ੍ਹੇ ਬਹੁਤੇ ਕਮੀਆਂ ਰਹਿ ਜਾਂਦੀਆਂ ਅਤੇ ਉਹਨਾਂ ਕਮੀਆਂ ਨੂੰ ਦੂਰ ਕੀਤੇ ਬਗੈਰ ਸਰਨਾ ਨਹੀਂ, ਕਰਨਾ ਪਏਗਾ। ਜੋ ਮਨ ਦੇ ਵਿੱਚ ਤੁਸੀਂ ਇੱਛਾਵਾਂ ਰੱਖੀਆਂ, ਜੋ ਤੁਸੀਂ ਆਸ ਰੱਖਦੇ ਹੋ, ਜੋ ਤੇ ਖਰੇ ਉਤਰਨਾ ਹੈ, ਬਿਲਕੁਲ, ਅਤੇ ਫਿਰ ਕੰਮ ਵਿੱਚ ਵੀ ਖਰੇ ਉਤਰਨਾ ਪੈਣਾ ਹੈ। ਬਿਲਕੁਲ ਜੀ। ਸਾਡੇ ਜੱਜਿਸ ਦੀ ਜੋ ਹਦਾਇਤਾਂ ਨੇ, ਜੋ ਹੈ ਤੁਹਾਨੂੰ ਟਿਪਸ ਮਿਲਦੀਆਂ ਪਈਆਂ ਨੇ, ਬੜੇ ਭਾਗਾਂ ਵਾਲੇ ਹੋ ਤੁਸੀਂ ਸਾਰੇ ਜੋ ਤੁਹਾਨੂੰ ਸੁਣਨ ਨੂੰ ਮਿਲਦੀਆਂ ਪਈਆਂ ਨੇ। ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਤੁਸੀਂ ਸਾਰੀ ਜ਼ਿੰਦਗੀ ਯਾਦ ਰੱਖਣਾ। ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ ਜੀ। ਪਰਮਿੰਦਰ ਸਿੰਘ ਜੀ ਤੋਂ ਬਾਅਦ ਆਏ ਗੰਗਾ ਨਗਰ ਤੋਂ ਸਿਮਰਜੀਤ ਸਿੰਘ ਜੀ। ਇੱਕ ਵਾਰ ਫਿਰ ਤੋਂ ਮੈਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹਾਂਗੀ। ਸਿਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਤੁਹਾਨੂੰ ਸਾਰੇ ਜੱਜਿਸ ਕੋਲੋਂ ਪ੍ਰਸ਼ੰਸਾ ਮਿਲਦੀ ਜਾ ਰਹੀ ਹੈ। ਇਸ ਵਾਰ ਦੀ ਪਰਫਾਰਮੈਂਸ ਨੂੰ ਇੱਕ ਵਾਰ ਫਿਰ ਤੋਂ ਦੇਖ ਲੈਂਦੇ ਹਾਂ। ਹਾਂਜੀ, ਸਾਹਮਣੇ ਵੇਖੋ ਜੀ। ਪ੍ਰਾਣ ਸੁਖ ਦਾਤਿਆ
निमख निमख बलिहार जी, निमख निमख बलिहार जी, जी प्राण सुख दातिया, जी प्राण सुख दातिया। ਸਿਮਰਜੀਤ ਜੀ ਕਿੱਦਾਂ ਲੱਗੀ ਤੁਹਾਨੂੰ ਆਪਣੀ ਪਰਫਾਰਮੈਂਸ? ਵਧੀਆ ਲੱਗੀ, ਆਪਣੀ ਤਰਫੋਂ ਤਾਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਜਜਿਸ ਦੱਸਣਗੇ। ਸਾਰਿਆਂ ਨੇ ਇੱਕੋ ਡਾਇਲੌਗ ਜ਼ਰੂਰ ਬੋਲਿਆ ਹੈ ਕਿ ਮੈਂ ਤੇ ਠੀਕ ਕੀਤਾ, ਬਾਕੀ ਜੱਜਸ ਤੇ ਦੱਸਣਗੇ। ਲੇਕਿਨ ਤੁਹਾਡੇ ਕੋਲੋਂ ਮੈਂ ਖਾਸ ਤੌਰ ਤੇ ਪੁੱਛਣਾ ਚਾਹਾਂਗੀ, ਤੁਸੀਂ ਲਗਾਤਾਰ ਕਾਫੀ ਕੰਸਿਸਟੈਂਸੀ ਨਾਲ ਪਰਫਾਰਮ ਕਰਦੇ ਆ ਰਹੇ ਹੋ ਜੀ। ਸੈਮੀਫਾਈਨਲਸ ਦੇ ਪਹਿਲੇ ਦੌਰ ਵਿੱਚ, ਦੂਜੇ ਦੌਰ ਵਿੱਚ, ਇਹ ਤੀਸਰਾ ਦੌਰ ਗਿਆ। ਤੁਹਾਨੂੰ ਆਪਣੇ ਆਪ ਨੂੰ ਕੁਝ ਆਪਣੇ ਵਿੱਚ ਸੁਧਾਰ ਆਉਂਦਾ ਨਜ਼ਰ ਆ ਰਿਹਾ ਹੈ? ਹਾਂਜੀ, ਮੈਂ ਕੋਸ਼ਿਸ਼ ਕੀਤੀ ਹੈ ਗੁਰੂ ਦੀ ਕਿਰਪਾ ਨਾਲ ਕਿ ਭਾਵਨਾ ਮੁੱਖ ਰੱਖੀ ਜਾਏ ਔਰ ਭਾਵਨਾ ਨਾਲ ਗੁਰਬਾਣੀ ਦਾ ਉਚਾਰਨ ਸ਼ੁੱਧ। ਔਰ ਬਾਕੀ ਜੱਜਿਸ ਸਾਹਿਬ ਨੇ ਜਿਵੇਂ ਐਤਕੀ ਰਾਊਂਡ ਦੇ ਅੰਦਰ ਮੈਨੂੰ ਕਿਹਾ ਕਿ ਪਰਸਨਲੀ ਰੀਤਾਂ ਜਿਵੇਂ ਆਪਣੇ ਉਸਤਾਦਾਂ ਤੋਂ, ਗੁਰੂ ਸਾਹਿਬ ਤੋਂ ਸਿੱਖੀਆਂ ਹੋਈਆਂ ਰੀਤਾਂ ਗਾਓ ਜੀ। ਸੋ ਮੈਂ ਕੋਸ਼ਿਸ਼ ਕਰਾਂਗਾ, ਇਹਨਾਂ ਦੀ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ। ਸੋਢੀ ਸਾਹਿਬ ਕੋਲੋਂ ਪੁੱਛਣਾ ਚਾਹਾਂਗੀ। ਸਿਮਰਜੀਤ ਸਿੰਘ, ਤੁਹਾਡਾ ਗਲਾ ਬੜਾ ਅੱਛਾ ਜਦੋਂ ਤੁਸੀਂ ਕੀਰਤਨ ਕਰਦੇ ਹੋ ਸਾਥ ਦਿੰਦਾ ਹੈ। ਜਿਹੜੀ ਤੁਸੀਂ ਭੁੱਲ ਕੀਤੀ ਹੈ ਜੇ ਅਸੀਂ ਤੁਹਾਨੂੰ ਦੱਸੀ ਨਹੀਂ, ਪਰ ਤੁਹਾਨੂੰ ਆਪਣੇ ਆਪ ਜਦੋਂ ਬੰਦਾ ਗਲਤੀ ਕਰਦਾ ਪਤਾ ਲੱਗ ਜਾਂਦਾ, ਤੁਸੀਂ ਉਹ ਭੁੱਲ ਕਰ ਗਏ ਹੋ। ਦੇਖਦੇ ਹਾਂ ਕੀ ਬਣਦਾ, ਸੋਚਦੇ ਹਾਂ। ਬੰਦਿਸ਼, ਕਿਉਂਕਿ ਪਿਛਲੀ ਵਾਰੀ ਵੀ ਤੁਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਆਪਣੀ ਬੰਦਿਸ਼ ਦੀ ਤਿਆਰੀ ਨਾਲ ਆਣਾ ਹੈ ਜੀ। ਆਲ ਦ ਬੈਸਟ ਟੂ ਯੂ। ਥੈਂਕ ਯੂ। ਮੁਕਾਬਲੇ ਨੂੰ ਹੋਰ ਵੀ ਜ਼ਿਆਦਾ ਔਖਾ ਬਣਾਉਣ ਲਈ ਆਏ ਸਾਡੇ ਨੈਕਸਟ ਕੰਟੈਸਟੈਂਟ ਗੁਰਪ੍ਰੀਤ ਸਿੰਘ ਜੀ। ਇੱਕ ਵਾਰ ਫਿਰ ਤੋਂ ਬੁਲਾਉਣਾ ਚਾਹਾਂਗੀ ਗੁਰਪ੍ਰੀਤ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ, ਜੀ ਆਇਆਂ ਨੂੰ। ਧੰਨਵਾਦ ਜੀ। ਤੁਹਾਡੀ ਪਰਫਾਰਮੈਂਸ ਵੀ ਲਗਾਤਾਰ ਅੱਛੀ ਜਾ ਰਹੀ ਹੈ, ਜੱਜਿਸ ਵੀ ਕਾਫੀ ਇੰਪ੍ਰੈਸ ਨੇ, ਪੂਰਾ ਯਕੀਨ ਹੈ ਸਾਡੇ ਸਰੋਤੇ ਵੀ ਕਾਫੀ ਆਨੰਦ ਮਾਣਦੇ ਪਏ ਨੇ। ਤੇ ਇੱਕ ਵਾਰੀ ਫਿਰ ਤੋਂ ਵੇਖਦੇ ਹਾਂ ਤੁਹਾਡੀ ਪਰਫਾਰਮੈਂਸ ਇਸ ਹਫਤੇ ਦੀ। ਕੀਰਤਨ ਸੁਣੇ, ਹਰ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ, ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੇ। ਇੱਕ ਵਾਰ ਫਿਰ ਤੋਂ ਬੇਹੱਦ ਉਮਦਾ ਪਰਫਾਰਮੈਂਸ ਸੀਗੀ ਤੁਹਾਡੀ ਤਰਫ ਤੋਂ, ਤੁਹਾਡਾ ਕੀ ਕਹਿਣਾ ਹੈ? ਆਪਣੇ ਵੀਰ ਜਿਹੜੇ ਸਾਡੇ ਨਾਲ ਪਾਰਟਿਸਿਪੇਟ ਨੇ ਬਹੁਤ ਸਹਿਯੋਗ ਕਰਦੇ ਨੇ। ਅਸੀਂ ਇੱਥੇ ਕੁਝ ਮੁਕਾਬਲੇ ਦੀ ਭਾਵਨਾ ਨਾਲ ਨਹੀਂ ਪਰਫਾਰਮ ਕਰਦੇ। ਕਈ ਵੀਰ, ਜਿਨ੍ਹਾਂ ਵਿੱਚੋਂ ਮੇਰੇ ਵੀਰ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਜੋ ਦਿੱਲੀ ਤੋਂ ਨੇ, ਮੇਰੀ ਉਹਨਾਂ ਨੇ ਪਿਛਲੇ ਐਪੀਸੋਡ ਵਿੱਚ ਜੋ ਮੈਂ ਗਾਇਆ ਬਹੁਤ ਮਦਦ ਕੀਤੀ, ਜਿਸ ਸਦਕਾ ਮੈਂ ਗਾ ਸਕਿਆ। ਕੀ ਬਾਤ ਹੈ, ਬਹੁਤ ਖੂਬ। ਇਹ ਭਾਵਨਾ ਜੋ ਸਾਡੇ ਕੰਟੈਸਟੈਂਟਸ ਦੇ ਵਿੱਚ ਆ ਰਹੀ ਹੈ, ਸਾਨੂੰ ਬੜੀ ਖੁਸ਼ੀ ਹੈ ਤੇ ਮਾਣ ਵੀ ਹੈ। ਸਾਡੀ ਇਹ ਕੋਸ਼ਿਸ਼ ਸਫਲ ਹੁੰਦੀ ਵੀ ਹੈ। ਮੈਂ ਜੱਜ ਸਾਹਿਬਾਨ ਕੋਲੋਂ ਪੁੱਛਣਾ ਚਾਹਾਂਗੀ, ਇਹਨਾਂ ਨੇ ਜੋ ਗੱਲ ਕਹੀ ਹੈ ਇਹਦੇ ਬਾਰੇ ਨਿਰਮਲ ਸਿੰਘ ਜੀ ਕੋਲੋਂ। ਭਾਈ ਸਾਹਿਬ। ਗੁਰਪ੍ਰੀਤ ਸਿੰਘ ਵਿੱਚ ਇੱਕ ਖਾਸੀਅਤ ਹੈ ਕਿ ਹਲਕੀਆਂ ਫੁਲਕੀਆਂ ਤਰਜ਼ਾਂ ਨਾਲ ਸਮਝੌਤਾ ਨਹੀਂ ਕਰਦਾ। ਧੰਨਵਾਦ ਜੀ। ਇਹ ਜੋ ਗੁਰੂ ਦੀ ਸਾਡੀ ਸ਼ੈਲੀ ਹੈ ਉਹਦੇ ਨੇੜੇ ਤੇੜੇ ਇਰਦ ਗਿਰਦ ਘੁੰਮਦਾ ਹੈ, ਜਿਹੜੀ ਇੱਕ ਚੰਗੀ ਗੱਲ ਹੈ। ਹਲਕੀਆਂ ਫੁਲਕੀਆਂ ਤਰਜ਼ਾਂ ਨਾਲ ਤੁਸੀਂ ਲੋਕਾਂ ਦੀਆਂ ਤੋਂ ਵਾਹਵਾ ਲੈ ਸਕਦੇ ਹੋ, ਪਰ ਗੁਰੂ ਦੀ ਅਸੀਸ ਤੋਂ ਵਾਂਝੇ ਰਹਿ ਜਾਂਦੇ ਹੋ। ਇਹ ਪਛੜ ਰਿਹਾ ਸੀ ਕਾਫੀ, ਪਰ ਹੁਣ ਇਹ ਉਸ ਪਛੜੇਪਨ ਦੇ ਵਿੱਚੋਂ ਨਿਕਲ ਕੇ ਅੱਗੇ ਵੱਧ ਗਿਆ ਹੈ। ਇਹ ਤੋਂ ਸਾਨੂੰ ਬੜੀਆਂ ਆਸਾਂ ਨੇ ਤੇ ਇਸ ਦੀ ਪਰਫਾਰਮੈਂਸ ਉਮਦਾ ਸੀ, ਬੇਹੱਦ ਉਮਦਾ, ਬਾ ਕਮਾਲ ਸੀ। ਕੀ ਬਾਤ ਹੈ, ਬਹੁਤ ਖੂਬ ਜੀ। ਧੰਨਵਾਦ ਜੀ, ਤੇ ਤੁਹਾਨੂੰ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਗੁਰੂ ਦੀ ਕਿਰਪਾ ਹੈ ਔਰ ਸਾਡੇ ਜੱਜਸ ਦੇ ਕਮੈਂਟਸ ਤੇ ਮਿਲ ਹੀ ਗਏ ਨੇ, ਲੇਕਿਨ ਰਿਜ਼ਲਟ ਹਾਲੇ ਜਾਨਣਾ ਬਾਕੀ ਹੈ। ਆਲ ਦ ਬੈਸਟ ਟੂ ਯੂ। ਧੰਨਵਾਦ ਜੀ। ਇਹਨਾਂ ਤੋਂ ਬਾਅਦ ਆਏ ਨੈਕਸਟ ਕੰਟੈਸਟੈਂਟ ਜਿਨ੍ਹਾਂ ਨੇ ਇਸ ਐਪੀਸੋਡ ਨੂੰ ਅੰਜਾਮ ਦਿੱਤਾ, ਜਿਨ੍ਹਾਂ ਦਾ ਜ਼ਿਕਰ ਹਾਲੇ ਹੁਣੇ ਗੁਰਪ੍ਰੀਤ ਜੀ ਕਰਕੇ ਗਏ ਨੇ, ਮਨਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਜੀ ਦਾ ਬੜਾ ਸਾਥ ਦਿੱਤਾ ਉਹਨਾਂ ਦੀ ਇਸ ਪੇਸ਼ਕਾਰੀ ਲਈ। ਮੈਂ ਬੁਲਾਉਣਾ ਚਾਹਾਂਗੀ ਮਨਿੰਦਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ। ਤੇ ਜਿਸ ਤਰ੍ਹਾਂ ਕਿ ਗੁਰਪ੍ਰੀਤ ਜੀ ਕਹਿ ਕੇ ਗਏ ਨੇ, ਤੇ ਅਸੀਂ, ਮੈਂ ਕੀ ਕਹਾਂ ਇਸ ਬਾਰੇ ਕਿ ਜੋ ਭਾਈਚਾਰਾ, ਜੋ ਭਾਵਨਾ ਜੋ ਸਾਡੇ ਕੰਟੈਸਟੈਂਟਸ ਦੇ ਵਿੱਚ ਆ ਰਹੀ ਹੈ, ਬਹੁਤ ਚੰਗੀ ਗੱਲ ਹੈ।
ਔਰ ਤੁਸੀਂ ਸਾਡੇ ਨਾਲ ਸਾਂਝੀ ਕਰਦੇ ਪਏ ਹੋ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਨਾ ਸੋਢੀ ਸਾਹਿਬ? ਸਾਨੂੰ ਇੰਜ ਲੱਗਦਾ ਜਿਵੇਂ ਸਾਡਾ ਇਹ ਸਾਰਾ ਪਰਿਵਾਰ ਹੋਵੇ ਜੀ। ਸੱਚੀ ਅਸੀਂ ਕਈ ਦਿਨਾਂ ਤੋਂ ਤੁਰੇ ਹਾਂ ਤੇ ਪਰਿਵਾਰ ਵਾਂਗੂ ਹੀ ਸਾਰਾ ਚੱਲ ਰਿਹਾ ਹੈ ਤੇ ਇੱਕ ਦੂਜੇ ਦੀ ਮਦਦ ਕਰਦੇ ਨੇ ਭੈਣਾਂ ਵੀਰ, ਬਹੁਤ ਅੱਛਾ ਲੱਗਦਾ ਹੈ। ਬਹੁਤ ਚੰਗਾ ਲੱਗਦਾ। ਨਾਰਮਲੀ ਕੰਪੀਟੀਸ਼ਨ ਦੇ ਵਿੱਚ ਜੇ ਵੇਖਿਆ ਜਾਂਦਾ ਹੈ, ਮੈਂ ਗੱਲ ਨਹੀਂ ਲੈਣਾ ਚਾਹਾਂਗੀ, ਲੇਕਿਨ ਨਾਰਮਲ ਕੰਪੀਟੀਸ਼ਨ ਦੇ ਵਿੱਚ ਇੱਕ ਕਹਿੰਦੇ ਨੇ ਨਾ ਈਰਸ਼ਾ ਜੀ ਹੋ ਜਾਂਦੀ ਹੈ, ਕੰਪੀਟੀਸ਼ਨ ਨੇ ਪ੍ਰਤੀਸਪਰਧਾ ਹੁੰਦੀ ਹੈ, ਲੇਕਿਨ ਕਿੰਨਾ ਵੱਖਰਾ, ਕਿੰਨਾ ਨਵੇਕਲਾ, ਇਹ ਨਵੇਕਲਾ ਇਸੇ ਕਰਕੇ ਗੁਰਬਾਣੀ ਦਾ ਹੈ, ਕੀਰਤਨ ਦਾ ਹੈ। ਇਹਨਾਂ ਦੇ ਸਾਰਿਆਂ ਦੇ ਹਿਰਦੇ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਪਿਆਰ ਹੈ, ਅਸੀਸ ਹੈ ਜੀ। ਦੂਸਰੇ ਮੁਕਾਬਲਿਆਂ ਨਾਲੋਂ ਇਹ ਕਿਤੇ ਹੀ ਵੱਖਰਾ ਹੈ। ਮੈਂ ਕਹਿਣਾ ਚਾਹਾਂਗੀ ਬਹੁਤ ਵੱਖਰਾ, ਬਹੁਤ ਇਹਨੇ ਆਪਣਾ ਇੱਕ ਸਥਾਨ ਬਣਾਇਆ ਹੋਇਆ ਹੈ ਔਰ ਦਰਸ਼ਕਾਂ ਦੇ ਦਿਲਾਂ ਵਿੱਚ ਵੀ। ਬਹੁਤ ਚੰਗੀ ਗੱਲ ਹੈ। ਇਸੇ ਤਰ੍ਹਾਂ ਆਪਣੇ ਵਿੱਚ ਇਹ ਪਿਆਰ ਦੀ ਭਾਵਨਾ ਬਣਾਏ ਰੱਖੋ ਤੇ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਇਹ ਜੋ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਉਹ ਸਫਲ ਹੁੰਦੀ ਜਾ ਰਹੀ ਹੈ। ਤੇ ਆਓ ਫਿਰ ਇੱਕ ਨਜ਼ਰ ਵੇਖਦੇ ਹਾਂ ਤੁਹਾਡੀ ਪਰਫਾਰਮੈਂਸ। बचन बसै जी नाले गुर का बचन बसै जी नाले जल नहीं डूबे तस्कर नहीं लेवे जल नहीं डूबे तस्कर नहीं ਮਨਿੰਦਰ ਜੀ, ਕਿੱਦਾਂ ਲੱਗੀ ਤੁਹਾਨੂੰ ਆਪਣੀ ਪਰਫਾਰਮੈਂਸ? ਪਹਿਲਾਂ ਨਾਲੋਂ ਕੁਝ ਮੈਨੂੰ ਅੱਛਾ ਲੱਗਿਆ ਇੱਥੇ ਕੀਰਤਨ ਕਰਕੇ, ਇੱਥੇ ਪਰਫਾਰਮ ਕਰਕੇ, ਕਿਉਂਕਿ ਪਿਛਲੀ ਵਾਰ ਜੋ ਮੈਂ ਗੁਰੂ ਸਾਹਿਬਾਂ ਦੀ ਬਾਣੀ ਵਿੱਚੋਂ ਸ਼ਬਦ ਲਿਆ ਸੀਗਾ ਤਾਂ ਉਹ ਰੀਤ ਮੈਂ ਘਰੋਂ ਤੇ ਤਿਆਰੀ ਪੂਰੀ ਕਰਕੇ ਆਇਆ ਸੀਗਾ। ਮੇਰੇ ਫਾਦਰ ਸਾਹਿਬ ਨੇ ਪੂਰੀ ਤਿਆਰੀ ਕਰਵਾਈ ਸੀਗੀ, ਮੇਰੇ ਬ੍ਰਦਰ ਨੇ ਪੂਰੀ ਤਿਆਰੀ ਕਰਵਾਈ ਸੀਗੀ, ਲੇਕਿਨ ਕੁਝ ਮੈਂ ਇੱਥੇ ਨਰਵਸ ਹੋ ਗਿਆ ਸੀਗਾ ਗਾਉਣ ਵੇਲੇ ਤੇ ਜਿਸ ਕਰਕੇ ਮੈਂ ਇੰਨਾ ਅੱਛਾ ਪਰਫਾਰਮ ਨਹੀਂ ਕਰ ਪਾਇਆ ਪਿਛਲੀ ਵਾਰ। ਇਸ ਵਾਰੀ ਤੁਸੀਂ ਬਹੁਤ ਚੰਗਾ, ਬੇਹੱਦ ਚੰਗਾ ਰੰਗ ਬੰਨਿਆ ਇੱਥੇ, ਲੇਕਿਨ ਫਿਰ ਵੀ ਜੱਜਸ ਕੋਲੋਂ ਤੇ ਜ਼ਰੂਰ ਪੁੱਛਣਾ ਚਾਹਾਂਗੇ, ਜੱਜ ਸਾਹਿਬਾਨ ਤੋਂ ਬਿਹਤਰ ਕੌਣ ਦੱਸ ਸਕਣਗੇ? ਮਨਿੰਦਰ ਸਿੰਘ ਜੀ, ਤੁਸੀਂ ਬਹੁਤ ਸ਼ਰਧਾ ਤੇ ਪਿਆਰ ਵਿੱਚ ਬੜੀ ਬੁਲੰਦ ਆਵਾਜ਼ ਵਿੱਚ ਕੀਰਤਨ ਕੀਤਾ। ਭੁੱਲ ਜਿਹੜੀ ਤੁਹਾਡੇ ਕੋਲੋਂ ਹੋ ਗਈ ਉਹ ਤੁਸੀਂ ਆਪਣੀ ਬੰਦਿਸ਼ ਨਹੀਂ ਗਾਈ। ਹਾਂਜੀ ਬਿਲਕੁਲ ਜੀ। ਦੇਖਦੇ ਹਾਂ, ਵਿਚਾਰ ਕਰਦੇ ਹਾਂ। ਆਪਣੀ ਬੰਦਿਸ਼ ਬਹੁਤ ਜ਼ਰੂਰੀ ਹੈ। ਜਿਨ੍ਹਾਂ ਦੀ ਮੈਂ ਇਹ ਬੰਦਿਸ਼ ਗਾਈ ਹੈ, ਕੁਛ ਮੈਂ ਵਿੱਚ ਮੇਰੇ ਫਾਦਰ ਸਾਹਿਬ ਨੇ ਜਿਵੇਂ ਕਰਵਾਇਆ ਮੈਨੂੰ, ਜਾਂ ਮੇਰੇ ਬ੍ਰਦਰ ਨੇ ਜਿਵੇਂ ਮੈਨੂੰ ਕਰਵਾਇਆ, ਤੇ ਪੂਰੀ ਮੈਂ ਉਹਨਾਂ ਦੀ ਨਹੀਂ ਗਾਈ। ਠੀਕ ਹੈ ਜੀ। ਹਾਂਜੀ, ਆਲ ਦ ਬੈਸਟ ਟੂ ਯੂ। ਥੈਂਕ ਯੂ। ਮਨਿੰਦਰ ਸਿੰਘ ਜੀ ਦੀ ਇਸ ਪਰਫਾਰਮੈਂਸ ਦੇ ਨਾਲ ਹੀ ਪੂਰਾ ਹੋ ਗਿਆ ਸੀਗਾ ਸਾਡੇ ਸਿੰਘਾਂ ਦੇ ਵਿਚਕਾਰ ਹੋਣ ਦਾ ਮੁਕਾਬਲਾ। ਤੇ ਇਸ ਮੁਕਾਬਲੇ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਸਾਨੂੰ ਇੰਤਜ਼ਾਰ ਰਹਿੰਦਾ ਹੈ ਰਿਜ਼ਲਟਸ ਦਾ, ਤੇ ਰਿਜ਼ਲਟਸ ਦੇ ਲਈ ਅਸੀਂ ਲਵਾਂਗੇ ਇੱਕ ਨਿੱਕਾ ਜਿਹਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ ਰਿਜ਼ਲਟ ਲੈ ਕੇ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਲੈ ਕੇ। ਇਸ ਪ੍ਰੋਗਰਾਮ ਦੇ ਸੈਮੀਫਾਈਨਲਸ ਦੇ ਤੁਸੀਂ ਰਿਜ਼ਲਟ ਐਪੀਸੋਡਸ ਦਾ ਆਨੰਦ ਮਾਣਦੇ ਪਏ ਹੋ। ਦਰਸ਼ਕੋ, ਸਾਨੂੰ ਇੰਤਜ਼ਾਰ ਹੈ ਰਿਜ਼ਲਟਸ ਦਾ। ਸਾਡੇ ਸਾਰੇ ਕੰਟੈਸਟੈਂਟਸ ਨੇ ਇੱਥੇ ਆ ਕੇ ਇੱਕ ਤੋਂ ਬਾਅਦ ਇੱਕ ਬਿਹਤਰੀਨ ਪਰਫਾਰਮੈਂਸ ਦਿੱਤੀ ਹੈ ਤੇ ਹੁਣ ਵਾਰੀ ਆਂਦੀ ਹੈ ਇਹਨਾਂ ਦੇ ਰਿਜ਼ਲਟ ਦੀ। ਕਹਿੰਦੇ ਨੇ ਯੂ तो हर फन निखरता है रियाज़ों अमल से, जिन पर हो खुदा मेहरबान वही फनकार होते हैं। ਉਸ ਪਰਮਾਤਮਾ ਦੀ, ਉਸ ਸੱਚੇ ਪਾਤਸ਼ਾਹ ਦੀ ਕਿੰਨਾ ਤੇ ਕਿਰਪਾ ਹੋਵੇਗੀ, ਕੌਣ ਵਧਣਗੇ ਇਸ ਮੁਕਾਬਲੇ ਵਿੱਚ ਅੱਗੇ, ਇਹ ਹੁਣ ਪਤਾ ਕਰਦੇ ਹਾਂ ਸਾਡੇ ਮਾਨਯੋਗ ਜੱਜਸ ਕੋਲੋਂ। ਮੈਂ ਪੁੱਛਣਾ ਚਾਹਾਂਗੀ, ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸਾਡੇ ਸਿੰਘਾਂ ਬਾਰੇ ਤੇ ਪੁੱਛਣਾ ਚਾਹਾਂਗੀ ਸਰਦਾਰ ਭਗਵਾਨ ਸਿੰਘ ਜੋਹਲ ਜੀ ਕੋਲੋਂ ਸਾਡੇ ਸਿੰਘਾਂ ਦੇ ਬਾਰੇ ਫੈਸਲੇ ਦੀ ਤਿਆਰੀ ਕੀਤੀ ਗਈ ਹੈ। ਮੈਂ ਬੇਨਤੀ ਕਰਾਂਗਾ, ਕੀਰਤਨ ਦੀ ਦੁਨੀਆ ਵਿੱਚ ਆਉਣ ਲਈ ਇਹਨਾਂ ਬੱਚਿਆਂ ਨੇ ਪੰਥ ਪ੍ਰਸਿੱਧ ਕੀਰਤਨੀਏ ਬਣਨਾ ਹੈ। ਚਾਹੇ ਬੱਚੀਆਂ ਨੇ, ਚਾਹੇ ਸਾਡੇ ਸਤਿਕਾਰਯੋਗ ਸਾਰੇ ਭਾਈ ਸਾਹਿਬ ਨੇ, ਇਹਨਾਂ ਨੇ ਦੁਨੀਆ ਵਿੱਚ ਨਾਮ ਨਾ ਖੱਟਣਾ ਹੈ। ਅੱਜ ਤੇ ਟੀਵੀ ਚੈਨਲ ਦੇ ਦਰਸ਼ਕਾਂ ਦੇ ਸਨਮੁਖ ਨੇ, ਕੱਲ੍ਹ ਇਹਨਾਂ ਨੇ ਲੱਖਾਂ ਦੀ ਗੈਦਰਿੰਗ ਵਿੱਚ ਜਾਣਾ ਹੈ। ਇਹਨਾਂ ਨੂੰ ਆਪਣਾ ਜੋ ਘਟੀਆ ਪੇਸ਼ ਕੀਤਾ ਉਹਦਾ ਵੀ ਪਤਾ, ਜੋ ਵਧੀਆ ਪੇਸ਼ ਕੀਤਾ ਉਹਦਾ ਵੀ ਪਤਾ ਸਾਰਿਆਂ ਨੂੰ ਜੀ। ਇਹ ਬਹੁਤਾ ਦੱਸਣ ਦੀ ਲੋੜ ਨਹੀਂ ਹੁੰਦੀ। ਹਰ ਮਨੁੱਖ ਦਾ ਮਨ ਆਪਣੇ ਆਪ ਰਿਜ਼ਲਟ ਦੇ ਦਿੰਦਾ, ਮੈਂ ਕੀ ਕਰ ਰਿਹਾ ਜੀ। ਮੈਂ ਬੇਨਤੀ ਕਰਾਂਗਾ,
ਇੱਕ ਇੱਕ ਸੱਜਣ ਕਰਕੇ ਅਸੀਂ ਬਾਹਰ ਲਿਆਵਾਂਗੇ ਉਹਨਾਂ ਨੂੰ, ਔਰ ਉਹਨਾਂ ਨੂੰ ਪੁੱਛਾਂਗੇ, ਉਹ ਆਪ ਹੀ ਦੱਸਣਗੇ ਮੇਰੇ ਵਿੱਚ ਕੋਈ ਨੁਕਸ ਤਾਂ ਨਹੀਂ ਸੀ। ਮੈਂ ਕਿਸੇ ਨੂੰ ਇਹ ਰਿਜ਼ਲਟ ਨਹੀਂ ਦੇ ਰਿਹਾ, ਕਿਉਂਕਿ ਰਿਜ਼ਲਟ ਤੇ ਅਜੇ ਸਮਾਂ ਲੱਗੇਗਾ ਦੇਣ ਲਈ। ਇੰਨੀ ਛੇਤੀ ਰਿਜ਼ਲਟ ਨਹੀਂ ਮਿਲ ਜਾਂਦਾ ਹੁੰਦਾ। ਪਹਿਲੇ ਕੁਝ ਸੱਜਣ ਸੰਗਤ ਦੇ ਸਨਮੁਖ ਲੈ ਕੇ ਆਵਾਂਗੇ, ਦਰਸ਼ਕਾਂ ਦੇ ਸਨਮੁਖ ਲਿਆਵਾਂਗੇ। ਮੈਂ ਬੇਨਤੀ ਕਰਾਂਗਾ ਭਾਈ ਗੁਰਦੇਵ ਸਿੰਘ ਜੀ ਹੋਰਾਂ ਨੂੰ, ਕਿਉਂਕਿ ਉਹ ਪਹਿਲੇ ਨੇ ਉਸ ਸੰਗਤ ਦੇ ਸਨਮੁਖ ਆਉਣਗੇ। ਜੀ ਹਾਂਜੀ ਗੁਰਦੇਵ ਸਿੰਘ ਜੀ, ਤੁਸੀਂ ਆਪ ਦੱਸੋ, ਜਦੋਂ ਤੁਸੀਂ ਗਾਇਨ ਕਰ ਰਹੇ ਸੀ ਕਿ ਕੀ ਤੁਹਾਨੂੰ ਆਪਣੇ ਆਪ ਵਿੱਚ ਜਿਹੜੀ ਘਾਟਾਂ ਸਨ ਤੁਹਾਡੀਆਂ, ਉਹਦਾ ਜ਼ਿਕਰ ਕਰੋਗੇ ਸੰਗਤ ਨਾਲ? ਹਾਂਜੀ, ਸ਼ਬਦ ਦੀ ਆਰੰਭਤਾ ਸਮੇਂ ਵੀ ਸ਼ਾਇਦ ਸੁਰ ਤੋਂ ਜ਼ਿਆਦਾ ਮੈਂ ਕੌਨਫੀਡੈਂਸ ਨਾਲ ਨਹੀਂ ਸੀ ਲਾ ਸਕਿਆ, ਔਰ ਉਸ ਤੋਂ ਬਾਅਦ ਮੈਂ ਆਲਾਪ ਇੱਕ ਫਰਮਾਨ ਦੇਣ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਵੀ ਮੇਰੇ ਕੋਲ ਜ਼ਿਆਦਾ ਵਧੀਆ ਨਹੀਂ ਸੀ ਲੱਗ ਸਕਿਆ। ਤੁਹਾਨੂੰ ਪਤਾ ਹੈ ਕਿ ਤੁਸੀਂ ਉਚਾਰਨ ਵਿੱਚ ਵੀ ਕੁਝ ਗਲਤੀਆਂ ਕੀਤੀਆਂ ਸਨ? ਉਚਾਰਨ ਵਿੱਚ ਮੈਂ ਅਣਜਾਣੇ ਵਿੱਚ ਸ਼ਾਇਦ ਬੋਲਿਆ ਗਿਆ ਹੋਵੇ, ਵੈਸੇ ਮੈਂ ਦੇਖਿਆ ਸੀ, ਪੜ੍ਹ ਕੇ ਗਿਆ ਸੀ, ਖਿਣ ਭੁੱਲਣ ਹਾਰਿਆ ਜੀ। ਹਾਂ, ਫਿਰ ਵੀ ਮੈਨੂੰ ਲੱਗਾ ਤੁਸੀਂ ਉਚਾਰਨ ਵਿੱਚ ਵੀ ਜਿਹੜੀਆਂ ਗਲਤੀਆਂ ਕੀਤੀਆਂ, ਮੈਂ ਪਹਿਲੇ ਦੁਬਾਰਾ ਦੁਹਰਾਵਾਂਗਾ ਨਹੀਂ, ਪਰ ਤੁਸੀਂ ਕੁਝ ਗਲਤੀਆਂ ਕੀਤੀਆਂ ਸਨ। ਬਿਲਕੁਲ ਹੋ ਜਾਏਗਾ। ਸਾਨੂੰ ਤੁਹਾਡੇ ਤੇ ਆਸ ਬੜੀ ਹਲੇ, ਤੁਸੀਂ ਮਨ ਨਹੀਂ ਢਾਉਣਾ, ਅਜੇ ਬਹੁਤ ਕੁਝ ਕਰਨਾ ਆਪਾਂ। ਧੰਨਵਾਦ। ਤੇ ਮਨ ਨੂੰ ਇਸ ਤਰ੍ਹਾਂ ਮਜ਼ਬੂਤ ਰੱਖੋ, ਗੁਰੂ ਕਿਰਪਾ ਕਰਨਗੇ। ਧੰਨਵਾਦ ਜੀ। ਗੁਰਦੇਵ ਸਿੰਘ ਜੀ ਤੋਂ ਬਾਅਦ ਕਿਸੇ ਦੇ ਬਾਰੇ ਜ਼ਿਕਰ ਕਰਨਾ ਚਾਹੋਗੇ? ਮੈਂ ਮਨਿੰਦਰ ਸਿੰਘ ਹੁਣਾਂ ਨੂੰ ਬੁਲਾਉਣਾ ਚਾਹਾਂਗਾ। ਮਨਿੰਦਰ ਸਿੰਘ ਜੀ। ਮਨਿੰਦਰ ਸਿੰਘ ਜੀ, ਸੋਹਣੀ ਬੁਲੰਦ ਆਵਾਜ਼ ਵਿੱਚ ਤੁਸੀਂ ਗਾਇਆ, ਜਿਹੜੀ ਭੁੱਲ ਤੁਸਾਂ ਕੀਤੀ ਆਪਣੀ ਬੰਦਿਸ਼ ਨਹੀਂ ਗਾਈ। ਹਾਂਜੀ, ਭਲੋ ਭਲੋ ਰੇ ਕੀਰਤਨੀਆਂ ਇੱਕ ਅੱਛੇ ਕੀਰਤਨੀਏ ਦੀ ਤਲਾਸ਼ ਵਿੱਚ ਹੈ। ਉਸ ਤੇ ਤਲਾਸ਼ੇ ਹੋਏ ਕੀਰਤਨੀਏ ਨੇ ਸਾਨੂੰ ਨਵੇਂ ਕੀਰਤਨੀਏ ਦੀ, ਜਿਹਦਾ ਕੋਈ ਆਪਣਾ ਫਨ, ਆਪਣਾ ਸਟਾਈਲ, ਇੱਕ ਨਵੀਂ ਚੀਜ਼ ਸੰਗਤ ਨੂੰ ਦੇ ਸਕੀਏ, ਇਹ ਸਾਡੀ ਸੋਚ ਹੈ। ਜਦੋਂ ਤੁਸੀਂ ਕਿਸੇ ਦੀਆਂ ਬੰਦਿਸ਼ਾਂ ਗਾਉਂਦੇ ਹੋ ਤੇ ਸਾਡੀ ਸੋਚ ਤੇ ਤੁਸੀਂ ਪੂਰਾ ਨਹੀਂ ਉਤਰਦੇ। ਭਾਈ ਨਿਰਮਲ ਸਿੰਘ ਜੀ। ਬਿਲਕੁਲ ਠੀਕ ਗੱਲ ਹੈ ਕਿ ਜੇ ਅਸੀਂ ਜਿਨ੍ਹਾਂ ਦੀ ਚੀਜ਼ ਨੂੰ ਤੁਸੀਂ ਗਾਉਂਦੇ ਹੋ, ਫਿਰ ਕੀ ਉਹ ਤਾਂ ਸਾਡੇ ਪੰਥ ਵਿੱਚ ਅੱਗੇ ਮੌਜੂਦ ਰਾਗੀ ਹੈਗਾ, ਤੇ ਇੱਕ ਉਹੋ ਜਿਹਾ ਹੀ ਹੋਰ ਅਸੀਂ ਲੱਭਣਾ ਹੈ, ਤੇ ਫਿਰ ਤਾਂ ਇਹ ਲੋਕ ਕਹਿਣਗੇ ਉਹ ਤਾਂ ਸਾਡੇ ਵਿੱਚ ਪਹਿਲਾਂ ਹੀ ਸੀ, ਫਿਰ ਸਾਡੇ ਕੋਲ ਨਵੀਂ ਚੀਜ਼ ਤਾਂ ਨਾ ਕੋਈ ਹੋਈ। ਬਿਲਕੁਲ। ਔਰ ਤਾਂ ਹੀ ਹੋਏਗੀ ਜੇ ਤੁਸੀਂ ਕੋਈ ਤੁਹਾਡੀ ਮੌਲਿਕ ਰਚਨਾ ਜਾਂ ਕਿਸੇ ਉਸਤਾਦ ਦੀ, ਜਾਂ ਜੋ ਗੁਰਮਤਿ ਸੰਗੀਤ ਦੇ ਫਿੱਟ ਬੈਠਦੀ ਹੋਵੇ, ਤੇ ਇੱਕ ਨਿਵੇਕਲੀ ਚੀਜ਼ ਹੋਏਗੀ, ਤੇ ਫਿਰ ਜਾ ਕੇ ਜੋ ਸਾਡਾ ਏਮ ਹੈ ਉਹ ਪੂਰਾ ਹੋ ਸਕਦਾ ਹੈ। ਖਾਲਸਾ ਜੀ, ਇਹਨਾਂ ਤੋਂ ਬਾਅਦ ਕਿਸੇ ਹੋਰ ਬਾਰੇ ਵੀ ਤੁਸੀਂ ਜ਼ਿਕਰ ਕਰਨਾ ਚਾਹੋਗੇ? ਹਾਂ, ਮੈਂ ਗੁਜ਼ਾਰਿਸ਼ ਕਰਾਂਗਾ ਸਿਮਰਜੀਤ ਸਿੰਘ ਉਹਨਾਂ ਨੂੰ। ਸਿਮਰਜੀਤ ਸਿੰਘ ਜੀ। ਸਿਮਰਜੀਤ ਸਿੰਘ ਜੀ ਦੀ ਪਰਫਾਰਮੈਂਸ ਤੇ ਲਗਾਤਾਰ ਠੀਕ ਚੱਲਦੀ ਆ ਰਹੀ ਸੀਗੀ, ਇਸ ਵਾਰੀ ਇਹਨਾਂ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ? ਇਸ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਦੀ ਪਰਫਾਰਮੈਂਸ ਬਹੁਤ ਅੱਛੀ ਹੈ, ਔਰ ਬੜੀ ਬੁਲੰਦ ਆਵਾਜ਼ ਨਾਲ ਔਰ ਬੜੇ ਟਿਕਾਓ ਨਾਲ ਤੇ ਮਨ ਕਰਕੇ ਸ਼ਬਦ ਗਾਇਨ ਕਰਦੇ ਹੈ ਜੀ। ਲੇਕਿਨ ਸਵਾਲ ਉਹੀ ਹੈ ਇਹਨਾਂ ਦਾ ਵੀ, ਇਹਨਾਂ ਦੀ ਪ੍ਰੋਬਲਮ ਅੱਜ ਇਹ ਹੈ ਕਿ ਇਹਨਾਂ ਨੇ ਵੀ ਜਿਹੜੀ ਬੰਦਿਸ਼ ਗਾਈ ਇਹਨਾਂ ਦੀ ਆਪਣੀ ਨਹੀਂ ਸੀ ਜੀ, ਤੇ ਫਿਰ ਆਪਣਾਪਨ ਤੇ ਨਾ ਹੋਇਆ। ਗੱਲ ਸਿਰਫ ਇੰਨੀ ਹੈ। ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੜਾ ਅੱਛਾ ਸ਼ਬਦ ਗਾਇਨ ਕਰਨ ਵਾਲੇ ਵੀ ਅਜਿਹੀਆਂ ਗੱਲਾਂ ਤੋਂ ਹੀ ਪਛੜ ਜਾਂਦੇ ਨੇ। ਬਿਲਕੁਲ। ਤੇ ਇਹਨਾਂ ਸਾਰਿਆਂ ਤੇ ਖਤਰਾ ਮੰਡਰਾ ਰਿਹਾ ਹੈ। ਖਤਰਾ ਮੰਡਰਾ ਰਿਹਾ। ਇਹਨਾਂ ਤੋਂ ਇਲਾਵਾ ਕਿਸੇ ਬਾਰੇ ਤੁਸੀਂ ਹੋਰ ਜ਼ਿਕਰ ਕਰਨਾ ਚਾਹੋਗੇ? ਹਾਂ, ਮੈਂ ਬੇਨਤੀ ਕਰਾਂਗਾ ਹਰਭਜਨ ਸਿੰਘ ਨੂੰ ਕਿ ਉਹ ਵੀ ਸੰਗਤ ਦੇ ਸਨਮੁਖ ਆਉਣਗੇ। ਤੁਸੀਂ ਚਾਰੋਂ ਪਾਰਟਿਸਪੈਂਟ ਆ ਗਏ ਹੋ, ਹਰਭਜਨ ਸਿੰਘ ਹੋਰੀ ਵੀ ਆ ਗਏ ਨੇ। ਭਾਈ ਸਾਹਿਬ ਹਰਭਜਨ ਸਿੰਘ ਜੀ ਹੋਰਾਂ ਨੂੰ ਮੈਂ ਪੁੱਛਣਾ ਚਾਹਾਂਗਾ, ਤੁਸੀਂ ਪਿਛਲੇ ਜਿੰਨੇ ਵੀ ਐਪੀਸੋਡ ਵਿੱਚ ਕੰਮ ਕੀਤਾ ਹੈ ਔਰ ਕੀਰਤਨ ਕੀਤਾ ਹੈ, ਸੰਗਤ ਨੂੰ ਸ਼ਬਦ ਨਾਲ ਜੋੜਿਆ ਹੈ, ਇਸ ਵਾਰ ਤੁਹਾਨੂੰ ਤੁਸੀਂ ਕੀ ਕੀਤਾ? ਕੁਝ ਅੱਗੇ ਗਏ ਹੋ ਕਿ ਪਿੱਛੇ ਆਏ ਹੋ? ਤੁਹਾਨੂੰ ਆਪਣੇ ਆਪ ਨੂੰ ਕੀ ਮਹਿਸੂਸ ਕਰਦੇ ਹੋ? ਸਰ, ਮੈਂ ਸਟੇਬਲ ਜਿਹਾ ਲੱਗਦਾ। ਮੈਨੂੰ ਲੱਗਾ ਕੁਝ ਤੁਸੀਂ ਸਟੇਬਲ ਨਹੀਂ ਰਹਿ ਸਕੇ ਸੀ। ਥੋੜਾ ਆਲਾਪ ਦੇ ਵਿੱਚ ਗੜਬੜ ਹੋਈ ਸੀ, ਥੋੜੀ ਜਿਹੀ ਆਲਾਪ ਦੇ ਵਿੱਚ ਵੀ ਗੜਬੜ ਸੀ, ਥੋੜਾ ਉਚਾਰਨ ਵਿੱਚ ਵੀ ਕੁਝ ਘਾਟਾਂ ਸਨ, ਜਿਨ੍ਹਾਂ ਨੂੰ ਅਗਲੇ ਸਮੇਂ 'ਚ ਤੁਹਾਨੂੰ ਦੂਰ ਕਰਨਾ ਪਏਗਾ। ਠੀਕ ਹੈ ਸਰ। ਕਿਉਂਕਿ ਮੈਂ ਪਹਿਲੇ ਵੀ ਕਹਿ ਚੁੱਕਾ ਹਾਂ, ਅਸਲ ਵਿੱਚ ਕੀਰਤਨ ਜਗਤ ਵਿੱਚ ਆਉਣ ਦੀ ਖਾਤਰ ਪੰਥ ਪ੍ਰਸਿੱਧ ਕੀਰਤਨੀਏ ਬਣ ਲਈ, ਕਿਉਂਕਿ ਪੂਰੀ ਦੁਨੀਆ ਵਿੱਚ ਜਿੱਥੇ ਵੀ ਗੁਰਬਾਣੀ ਕੀਰਤਨ ਨੂੰ ਸਰਵਣ ਕਰਨ ਵਾਲੇ ਲੋਕ ਬੈਠੇ ਨੇ, ਉਹ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਰੱਖਦੇ ਨੇ।
ਜੀ ਔਰ ਉਹਨਾਂ ਆਸਾਂ ਤੇ ਜਦੋਂ ਤੁਸੀਂ ਪੂਰੇ ਨਹੀਂ ਨਾ ਉਤਰਦੇ ਤੇ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਮੈਂ ਪੁੱਛਣਾ ਚਾਹਾਂਗੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਬੀਬੀਆਂ ਦੇ ਬਾਰੇ ਸਾਨੂੰ ਦੱਸੋ। ਬੀਬੀਆਂ ਵਿੱਚੋਂ ਅਸੀਂ ਅੱਜ ਕਿਹਨਾਂ ਬਾਰੇ ਖਾਸ ਤੌਰ ਤੇ ਗੱਲ ਕਰਨੀ ਚਾਹਾਂਗੇ? ਬੀਬਾ ਹਰਬੀਰ ਕੌਰ, ਬੀਬਾ ਹਰਬੀਰ ਕੌਰ, ਉਹ ਦਰਸ਼ਨ ਦੇਣ ਸਾਨੂੰ ਕਤਈ ਵੀ ਇਸ ਗੱਲ ਦਾ ਕੋਈ ਸ਼ੌਕ ਨਹੀਂ ਕਿ ਤੁਹਾਨੂੰ ਅਸੀਂ ਇਸ ਤਰ੍ਹਾਂ ਖੜੇ ਕਰੀਏ, ਪਰ ਇੱਕ ਦਸਤੂਰ ਬਣ ਜਾਂਦਾ ਹੈ ਕਿ ਜੋ ਅਸਲੀਅਤ ਹੈ ਉਹ ਸਾਹਮਣੇ ਲਿਆਉਣੀ ਪੈਣੀ। ਅਸੀਂ ਸੰਗਤਾਂ ਨੂੰ ਅਸੀਂ ਵੀ ਹਿਸਾਬ ਕਿਤਾਬ ਦੇਣਾ ਹੈ। ਸਿੱਖ ਪੰਥ ਜਾਂ ਸੰਗਤ ਜਾਂ ਗੁਰਮਤਿ ਸੰਗੀਤ ਪ੍ਰੇਮੀ ਇਹ ਦੇਖਣਗੇ ਕਿ ਕਿਤੇ ਬੇਇਨਸਾਫੀ ਤਾਂ ਨਹੀਂ ਹੋ ਰਹੀ ਜੀ। ਇਸ ਕਰਕੇ ਜੇ ਜਿਹੜੀ ਅਸਲੀਅਤ ਹੈ, ਸਾਡੇ ਨਾਲ ਸਰੋਤੇ ਜ਼ਿਆਦਾ ਸਿਆਣੇ ਨੇ, ਬਿਲਕੁਲ ਜੀ, ਅਸਲ ਤੇ ਉਹ ਹੀ ਨੇ ਨਾ, ਤੇ ਇਹਨਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਰਾਗਮਾਤਕ ਤੌਰ ਤੇ ਕਾਫੀ ਅੱਛੇ ਨੇ, ਪਰ ਥੋੜਾ ਜਿਹੜਾ ਬੇਸੁਰਾਪਨ ਇਹ ਜ਼ਿਆਦਾ ਚਿਰ ਬਰਦਾਸ਼ਤ ਨਹੀਂ ਹੋਏਗਾ ਸਾਡੇ ਕੋਲੋਂ, ਤੇ ਇਹ ਥੋੜਾ ਆਪਣੇ ਵੱਲ ਅੱਜ ਧਿਆਨ ਦੇਣ, ਤੇ ਆਉਣ ਵਾਲਾ ਸਮਾਂ ਦੱਸਦਾ ਹੈ ਕਿ ਕੀ ਹੋਣ ਵਾਲਾ ਹੈ। ਇਹਨਾਂ ਤੋਂ ਬਾਅਦ ਮੈਂ ਕੁਲਜੀਤ ਕੌਰ ਜੀ ਨੂੰ ਬੁਲਾਉਣਾ ਚਾਹਾਂਗਾ। ਕੁਲਜੀਤ ਕੌਰ ਜੀ, ਅਕਸਰ ਤੁਸੀਂ ਕੀਰਤਨ ਕਰਨ ਤੋਂ ਪਹਿਲਾਂ ਘਬਰਾ ਜਾਂਦੇ ਹੋ, ਘਬਰਾ ਕੇ ਫਿਰ ਸੁਰਾਂ ਦੇ ਵਿੱਚ ਵੀ ਬਾਧ ਘਾਟ ਹੁੰਦੀ ਹੈ। ਅੱਜ ਵੀ ਅੰਤਰੇ ਵਿੱਚ ਤੁਸੀਂ ਜਿਹੜੇ ਤੁਹਾਡੇ ਸੁਰ ਹਿੱਲੇ, ਕੰਪੀਟੀਸ਼ਨ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ, ਘਬਰਾ ਜਾਂਦੇ ਹੋ, ਫਿਰ ਉਹ ਰਸ ਨਹੀਂ ਬਣਦਾ। ਸਾਨੂੰ ਇੱਕ ਅੱਛੇ ਕੀਰਤਨੀਏ ਦੀ, ਕਿਉਂਕਿ ਕੀਰਤਨੀਏ ਤੇ ਲੱਖਾਂ ਹਜ਼ਾਰਾਂ ਦੀ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਕਰਨਾ ਹੈ। ਜਦੋਂ ਕੀਰਤਨੀਏ ਦੀ ਸੁਰ ਹਿਲਦੀ ਏ ਤੇ ਜਿਹੜੀ ਸਰੋਤੇ ਹੁੰਦੇ ਨੇ ਨਾ, ਉਹਨਾਂ ਦੀ ਅੰਤਰਾਤਮਾ ਜਿਹੜੀ ਸ਼ਬਦ ਨਾਲ ਜੁੜੀ ਹੁੰਦੀ ਏ ਉਹ ਵੀ ਹਿਲਦੀ ਹੈ। ਮੈਂ ਪੁੱਛਣਾ ਚਾਹਾਂਗੀ ਸਰਦਾਰ ਭਗਵਾਨ ਸਿੰਘ ਜੋਲ ਜੀ ਕੋਲੋਂ, ਬੀਬੀਆਂ ਵਿੱਚੋਂ ਅੱਜ ਤੁਸੀਂ। ਮੈਂ ਬੀਬਾ ਪੁਨੀਤ ਕੌਰ ਜੀ ਨੂੰ ਬੇਨਤੀ ਕਰਾਂਗਾ, ਉਹ ਵੀ ਸੰਗਤ ਦੇ ਸਨਮੁਖ ਆਉਣਗੇ। ਪੁਨੀਤ ਜੀ, ਬਾਕੀ ਦੂਸਰੀਆਂ ਭੈਣਾਂ ਵਾਂਗ ਤੁਹਾਨੂੰ ਵੀ ਮੈਂ ਸੰਗਤ ਦੇ ਸਨਮੁਖ ਨਹੀਂ ਸਾਂ ਲਿਆਉਣਾ ਚਾਹੁੰਦਾ, ਪਰ ਸੰਗਤ ਦੇ ਸਨਮੁਖ ਲਿਆਉਣ ਦਾ ਕਾਰਨ ਇੱਕੋ ਇੱਕ ਹੈ ਕਿ ਤੁਸੀਂ ਕੀਰਤਨ ਵਿੱਚ ਤੁਹਾਡੇ ਮਿਠਾਸ ਹੈ, ਸੁਰ ਤਾਲ ਵੀ ਹੈ, ਬੜੇ ਪਿਆਰ ਨਾਲ ਕੀਰਤਨ ਕਰਦੇ ਹੋ। ਮੈਂ ਤੁਹਾਨੂੰ ਟੀਵੀ 'ਤੇ ਸਰਵਣ ਕੀਤਾ, ਭਾਵੇਂ ਇੱਥੇ ਨਹੀਂ ਸਾਂ ਪਰ ਟੀਵੀ 'ਤੇ ਸਰਵਣ ਕੀਤਾ, ਪਰ ਥੋੜ੍ਹੀਆਂ ਜਿਹੜੀਆਂ ਘਾਟਾਂ ਨੇ ਤੁਹਾਡੀਆਂ ਉਹ ਤੁਹਾਨੂੰ ਪਤਾ ਹੈ, ਔਰ ਉਚਾਰਨ ਪੱਖ ਤੋਂ ਥੋੜ੍ਹੀ ਤੁਹਾਡੇ ਵਿੱਚ ਹੈ ਕਮਜ਼ੋਰੀ। ਮੈਨੂੰ ਲੱਗਦਾ ਹੈ ਨਿਕਟ ਭਵਿੱਖ ਵਿੱਚ, ਆਉਣ ਵਾਲੇ ਸਮੇਂ ਵਿੱਚ ਤੁਸੀਂ ਉਸ ਨੂੰ ਦੂਰ ਕਰੋਗੇ। ਅਸੀਂ ਇਸ ਕਰਕੇ ਨਹੀਂ ਤੁਹਾਨੂੰ ਬਾਹਰ ਲਿਆ ਰਹੇ ਕਿ ਤੁਹਾਨੂੰ ਇਸ ਐਪੀਸੋਡ 'ਚੋਂ ਬਾਹਰ ਕਰ ਰਹੇ ਹਾਂ, ਸਾਨੂੰ ਤੇ ਸਾਰੇ ਤੁਸੀਂ ਭਵਿੱਖ ਦਿਸਦੇ ਹੋ ਔਰ ਭਵਿੱਖ ਦੇ ਕੀਰਤਨੀਏ ਹੋ, ਔਰ ਆਉਣ ਵਾਲੇ ਸਮੇਂ 'ਚ ਸਾਡੇ ਪੰਥ ਦਾ ਸ਼ਿੰਗਾਰ ਹੋ, ਔਰ ਗੁਰੂ ਕਿਰਪਾ ਕਰੇਗਾ ਤੁਹਾਡੇ ਵਿੱਚੋਂ ਪਤਾ ਨਹੀਂ ਕਿਹੜੇ ਕੀਰਤਨੀਆਂ ਨੇ USA ਵੀ ਜਾਣਾ ਹੈ, ਔਰ 51,000 ਰੁਪਏ ਵੀ ਲੈਣੇ ਨੇ, ਔਰ USA ਦੀਆਂ ਸੰਗਤਾਂ ਦਾ ਮਨ ਵੀ ਮੋਹਣਾ ਹੈ। ਗੁਰੂ ਕਿਰਪਾ ਕਰੇ ਕੀਰਤਨ ਨਾਲ ਤੁਹਾਡੀ ਝੋਲੀ ਭਰੀ ਰਹੇ, ਔਰ ਆਉਣ ਵਾਲੇ ਸਮੇਂ ਜਿਹੜੀਆਂ ਘਾਟਾਂ ਤੁਹਾਨੂੰ ਦੱਸ ਰਹੇ ਇਸ ਨੂੰ ਪੂਰਾ ਕਰਨ ਦਾ ਯਤਨ ਕਰਨਾ ਹੈ। ਸੋਢੀ ਸਾਹਿਬ, ਇਹਨਾਂ ਤੋਂ ਬਾਅਦ ਸਾਡੀਆਂ 3 ਭੈਣਾਂ ਇੱਥੇ ਆ ਗਈਆਂ ਨੇ ਜਿਨ੍ਹਾਂ ਬਾਰੇ ਤੁਸੀਂ ਦੱਸਿਆ, ਉਹਨਾਂ ਦੀ ਘਾਟਾ ਬਾਰੇ ਦੱਸਿਆ। ਇਹਨਾਂ ਤੋਂ ਬਾਅਦ ਕਿਸੇ ਹੋਰ ਬਾਰੇ ਅਸੀਂ ਚਰਚਾ ਕਰਾਂਗੇ। ਰਸ਼ਮੀਤ ਕੌਰ ਨੂੰ ਬੁਲਾਉਣਾ ਚਾਹਾਂਗੇ। ਰਸ਼ਮੀਤ ਕੌਰ, ਬੜੀ ਪਿਆਰੀ ਜੀ ਕੰਟੈਸਟੈਂਟ ਹੈ ਸਾਡੀ ਰਸ਼ਮੀਤ ਕੌਰ। ਭਾਈ ਨਿਰਮਲ ਸਿੰਘ ਜੀ, ये बड़ी अच्छी प्यारी बच्ची है, और ये भी अज उन्होंने ही बच्चियां च खलोती है जिन्होंने बच्चों कोई भी बाहर जा सकती है जी, और बड़ा थोड़ा इंतज़ार करो। रशमीत नूं भी खुद पता है ਉਹਦੇ ਵਿੱਚ ਕਿੰਨੀਆਂ ਖੂਬੀਆਂ ਹੈ ਤੇ ਕਿੰਨੀਆਂ ਕਮੀਆਂ। ਖੈਰ, ਕਮੀਆਂ ਦਾ ਤਾਂ ਇਨਸਾਨ ਭਰਿਆ ਹੁੰਦਾ ਹੈ, ਕਮੀ ਹੁੰਦੀਆਂ ਸਾਡੇ ਵਿੱਚ, ਖੂਬੀਆਂ ਤੇ ਪਰਮਾਤਮਾ ਵਿੱਚ ਜਾਂ ਗੁਰੂ 'ਚ ਜੀ, ਪਰ ਫਿਰ ਵੀ ਸਾਨੂੰ ਨਿਰਣਾ ਲੈਣਾ ਬੜਾ ਔਖਾ ਹੋ ਜਾਂਦਾ ਹੈ। ਅਸੀਂ ਇਹ ਦੇਖਣਾ ਹੋਵੇਗਾ ਕਿਹਦੇ ਵਿੱਚ ਘੱਟ ਖੂਬੀਆਂ, ਕਿਹ 'ਚ ਜ਼ਿਆਦਾ ਹੈ। ਜੀ, ਹੁਣ ਤੇ ਦਿਨ ਬ ਦਿਨ ਜੱਜਾਂ ਲਈ ਬੜਾ ਔਖਾ ਹੋ ਰਿਹਾ ਹੈ, ਤੇ ਅਸੀਂ ਫਿਰ ਵੀ ਚਾਹਾਂਗੇ ਕਿ ਕਿਸੇ ਨਾਲ ਕੋਈ ਵਧੀਕੀ ਨਾ ਹੋਵੇ, ਕਿਸੇ ਦਾ ਮਨ ਨਾ ਦੁਖੇ। ਤੇ ਜੇ ਅਸੀਂ ਕਿਸੇ ਨੂੰ ਬਾਹਰ ਕਰਦੇ ਹੋਏ ਨਾ ਸੋਚੇ ਕਿ ਕੋਈ ਅਸੀਂ ਉਹਨੂੰ ਨਿਸ਼ਾਨਾ ਸਾਧਿਆ ਹੋਇਆ ਜਾਂ ਉਹਦੇ ਲਈ ਸਾਨੂੰ ਕੋਈ ਕਹਿ ਰਿਹਾ, ਬਿਲਕੁਲ ਨਹੀਂ, ਸਾਨੂੰ ਕੋਈ ਮਜਬੂਰ ਨਹੀਂ ਕਰ ਸਕਦਾ। ਮੈਂ ਸੋਢੀ ਸਾਹਿਬ ਤੇ ਜੌਲ ਸਾਹਿਬ ਉਹਨਾਂ ਨੇ ਸਲਾਹ ਕੀਤੀ ਹੈ ਕਿ ਇਹ ਬਿਲਕੁਲ ਹਰਗਿਜ਼ ਨਹੀਂ ਹੋਏਗਾ, ਕਿਉਂਕਿ ਇਹ ਇੱਕ ਧਾਰਮਿਕ ਪ੍ਰੋਗਰਾਮ ਹੈ। ਜੇ ਇੱਥੇ ਇਸ ਕਚਹਿਰੀ 'ਚ ਇਨਸਾਫ ਨਹੀਂ ਤਾਂ ਫਿਰ ਕਿਧਰੇ ਵੀ ਨਹੀਂ ਹੋਏਗਾ। ਬਿਲਕੁਲ ਜੀ। ਤੇ ਹੁਣ ਜ਼ਿਆਦਾ ਸਮੇਂ ਨਾ ਗਵਾਉਂਦੇ ਹੋਏ ਮੈਂ ਜਾਣਨਾ ਚਾਹਾਂਗੀ ਅੱਜ ਦਾ ਫੈਸਲਾ ਕਿ ਅੱਜ ਇਹਨਾਂ ਵਿੱਚੋਂ ਕੌਣ ਇਸ ਕੰਪੀਟੀਸ਼ਨ ਤੋਂ ਬਾਹਰ ਹੋਵੇਗਾ, ਕੌਣ ਕਰ ਜਾਏਗਾ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਸਾਡੇ ਸਿੰਘਾਂ ਬਾਰੇ, ਕੀ ਫੈਸਲਾ
ਲਿੱਤਾ ਹੈ ਰਿਜ਼ਲਟ ਤੁਸੀਂ? ਦੱਸ ਦਈਏ ਜੀ। ਪਰ ਉਸ ਤੋਂ ਪਹਿਲਾਂ ਜਿਵੇਂ ਅਸੀਂ ਹਰੇਕ ਵਾਰੀ ਇੱਕ ਬਚਨ ਇਹਨਾਂ ਕੋਲੋਂ ਲੈਂਦੇ ਹਾਂ, ਪਤਾ ਨਹੀਂ ਕਿਹਨਾਂ ਨੇ ਜਾਣਾ ਕਿਹਨਾਂ ਨੇ ਰਹਿਣਾ, ਚਲੇ ਵੀ ਜਾਣ, ਜਿਵੇਂ ਹਰੇਕ ਵਾਰੀ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ, ਕੀਰਤਨ ਨਹੀਂ ਛੱਡਣਾ। ਕੀਰਤਨ ਤੁਸੀਂ ਕਰਨਾ ਹੈ, ਸੰਗਤਾਂ ਦੀਆਂ ਝੋਲੀਆਂ ਕੀਰਤਨ ਨਾਲ ਤੁਸੀਂ ਭਰਦੇ ਹੀ ਰਹਿਣਾ ਹੈ। ਉਮੀਦ ਹੈ ਕਿ ਤੁਸੀਂ ਇਹ ਸਾਡੀ ਬੇਨਤੀ ਪ੍ਰਵਾਨ ਕਰੋਗੇ। ਸਾਰਿਆਂ ਨੇ ਸੂਰੀ ਸਾਹਿਬ ਜੀ ਦੀ ਗੱਲ ਸੁਣੀ, ਸਾਰੇ ਵਾਅਦਾ ਕਰਦੇ ਨੇ ਸਾਡੇ ਨਾਲ, ਸਾਰੇ ਵਾਅਦਾ ਕਰ ਰਹੇ ਹੋ ਜੀ? ਬਿਲਕੁਲ ਜੀ, ਸਾਰੇ ਵਾਅਦਾ ਕਰਦੇ ਆ ਰਹੇ ਨੇ ਤੇ ਅੱਜ ਵੀ ਕਰ ਰਹੇ ਨੇ। ਕਿਉਂਕਿ ਹੁਣ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਬਦਿਆਲਾ, ਇੱਕ ਟਕਸਾਲ ਬਣ ਗਈ ਹੈ। ਅੱਛੇ ਕੀਰਤਨੀਏ ਇਸ ਪ੍ਰੋਗਰਾਮ ਨੇ ਸਿੱਖ ਪੰਥ ਨੂੰ ਦੇਣੇ ਨੇ ਜੀ। ਹੁਣ ਮੈਂ ਵੀਰਾਂ ਬਾਰੇ ਦੱਸਾਂ ਜੀ। ਮਨਿੰਦਰ ਸਿੰਘ ਜੀ, ਤੁਸਾਂ ਵੀ ਭੁੱਲ ਕੀਤੀ ਹੈ, ਠੀਕ ਹੈ, ਪਰ ਤੁਸੀਂ ਰਹਿ ਗਏ ਹੋ। ਗੁਰਦੇਵ ਸਿੰਘ ਜੀ, ਤੁਸੀਂ ਵੀ ਰਹਿ ਗਏ ਹੋ, ਰਹੋਗੇ, ਕੀਰਤਨ ਕਰੋਗੇ, ਅਸੀਂ ਇਕੱਠੇ ਹੋਰ ਸਮਾਂ ਬਤੀਤ ਕਰਾਂਗੇ, ਪਰ ਭੁੱਲ ਤੁਹਾਡੇ ਕੋਲ ਹੋਈ ਹੈ। ਜਿਨ੍ਹਾਂ ਨੂੰ ਅੱਜ ਅਸੀਂ ਫਤਿਹ ਬੁਲਾਣੀ ਹੈ ਉਹ ਮੇਰੇ ਵੀਰ ਨੇ ਭਾਈ ਹਰਭਜਨ ਸਿੰਘ ਜੀ। ਕੋਈ ਜ਼ਿਆਦਾ ਫਰਕ ਨਹੀਂ ਸੀ, ਪਰ ਹੁਣ ਸਾਰੇ ਅੱਛੇ ਕੀਰਤਨੀਏ ਨੇ, ਥੋੜਾ ਫਰਕ ਹੈ, ਥੋੜੇ ਫਰਕ ਦੇ ਨਾਲ ਹੀ ਅੱਗੇ ਪਿੱਛੇ ਹੋ ਜਾਣਾ ਹੈ। ਹਰਭਜਨ ਸਿੰਘ ਜੀ, ਭਾਈ ਹਰਭਜਨ ਸਿੰਘ ਜੀ, ਮੈਂ ਚਾਹਾਂਗੀ ਹਰਭਜਨ ਸਿੰਘ ਜੀ ਤੇ ਨਾਲੋਂ ਨਾਲ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਬਾਹਰ ਜਾਣ ਵਾਲੇ ਕੰਟੈਸਟੈਂਟਸ ਨਾਲ ਗੱਲ ਕਰੀਏ, ਮੈਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਕੋਲੋਂ ਸਾਡੀਆਂ ਬੀਬੀਆਂ ਵਿਚਕਾਰੋਂ ਪੁੱਛਣਾ ਚਾਹਾਂਗੀ ਕਿ ਕੀ ਫੈਸਲੇ ਦੀ ਮੈਨੂੰ ਅੱਜ ਬੜੇ ਭਰੇ ਹੋਏ ਮਨ ਨਾਲ ਇਹ ਫੈਸਲਾ ਦੇਣਾ ਪਵੇਗਾ, ਕਿਉਂਕਿ ਹੁਣ ਤੇ ਅਸੀਂ ਇਹਨਾਂ ਨਾਲ ਇੰਨੇ ਘੁਲ ਮਿਲ ਗਏ ਕਿ ਸਾਨੂੰ ਇਹਨਾਂ ਦੇ ਨਾਮ ਵੀ ਜ਼ਬਾਨੀ ਯਾਦ ਹੋ ਗਏ ਸਾਰਿਆਂ ਦੇ ਜੀ। ਤੇ ਐਸਾ ਨਾ ਕਰਨਾ ਕਿ ਕਦੇ ਅਗਾਂਹ ਮਿਲੀਏ ਤੇ ਤੁਸੀਂ ਅੱਜ ਤੇ ਪੈਰੀਂ ਹੱਥ ਲਾਉਂਦੇ ਹੋ ਤੇ ਮੁੜ ਕੇ ਗੱਲ ਵੀ ਨਾ ਕਰੋ, ਐਸਾ ਕੋਈ ਨਹੀਂ ਹੈ। ਸਾਡੇ ਕੰਟੈਸਟੈਂਟਸ ਬਹੁਤ ਚੰਗੇ, ਬਹੁਤ ਸਿੰਸੀਅਰ ਹੈ। ਸ਼ਾਇਦ ਕਿਸੇ ਨੇ ਸੋਚਿਆ ਨਾ ਹੋਵੇਗਾ ਕਿੰਨੇ ਜਾਣਾ ਹੈ ਬਾਹਰ, ਪਰ ਜਾਣਾ ਤਾਂ ਹੈ ਜੀ। ਹਰਬੀਰ ਕੌਰ ਜੀ, ਤੁਹਾਨੂੰ ਤਹਿਤ ਕੀ ਰਹਿਣਾ ਪਏਗਾ। ਡਰਾ ਦਿੱਤਾ ਸੀ ਤੁਸੀਂ, ਡਰਾ ਦਿੱਤਾ ਸੀ ਜਿਸ ਤਰ੍ਹਾਂ ਤੁਸੀਂ। ਮੈਂ ਪਨੀਤ ਕੌਰ ਨੂੰ ਤਾੜਨਾ ਕਰਦਾ ਹਾਂ ਕਿ ਉਹ ਚੰਗਾ ਤੇ ਬੜਾ ਗਾ ਰਹੀ ਹੈ, ਪਰ ਗਲਤੀਆਂ ਦੀ ਗੁੰਜਾਇਸ਼ ਕਾਰਨ ਉਹਨੂੰ ਅਸੀਂ ਇਸ ਵਾਰ ਨਹੀਂ ਬਾਹਰ ਕਰ ਰਹੇ ਜੀ। ਉਹ ਇੰਨੀਆਂ ਵੱਡੀਆਂ ਗਲਤੀਆਂ ਨਹੀਂ ਸੀ ਜਿਵੇਂ ਕਿ ਜੋਲ ਸਾਹਿਬ ਉਹਨਾਂ ਨੇ ਕਿਹਾ ਹੈ, ਉਹ ਸੁਧਾਰੀਆਂ ਜਾ ਸਕਦੀਆਂ ਜੀ। ਸੋ ਰਸ਼ਮੀਤ ਤੇ ਕੁਲਜੀਤ ਕੌਰ ਜੀ, ਤੁਹਾਡੇ ਸ਼ਬਦ ਕੀਰਤਨ ਵਿੱਚ ਜੋ ਇੱਕ ਰਵਾਨਗੀ ਹੋਣੀ ਚਾਹੀਦੀ ਸੀ ਉਹ ਨਹੀਂ। ਸੋ ਇਸ ਵਾਰੀ ਅਸੀਂ ਤੁਹਾਨੂੰ ਰੱਖ ਰਹੇ ਹਾਂ, ਤਾਂ ਤੁਸੀਂ ਸਮਝ ਗਏ ਹੋਵੋਗੇ। ਰਸ਼ਮੀਤ ਕੌਰ ਜੀ ਨੂੰ, ਰਸ਼ਮੀਤ ਬੇਟੀ ਨੂੰ ਫਤਿਹ ਬੜੇ ਦੁਖੀ ਮਨ ਨਾਲ ਔਰ ਮੈਂ ਭਿੱਜੀਆਂ ਪਲਕਾਂ ਨਾਲ ਇਹ ਕਹਿਣਾ ਚਾਹਾਂਗਾ ਕਿ ਉਹ ਸਾਡੀ ਬੱਚੀ ਹੈ, ਜਾਣਾ ਉਹਨੂੰ ਪਵੇਗਾ, ਔਰ ਇੱਕ ਛੋਟੀ ਹੋਣ ਨਾਤੇ ਉਹਦੇ ਲਈ ਕੁਝ ਫਾਇਦੇ ਵੀ ਹੈ ਜੀ, ਕਿ ਉਹ ਜਦੋਂ ਤੱਕ ਬਾਕੀ ਦੀਆਂ ਸਹੇਲੀਆਂ ਦੀ ਉਮਰ ਦੀ ਹੋਵੇਗੀ ਤਾਂ ਇਹਨਾਂ ਨਾਲੋਂ ਜ਼ਿਆਦਾ ਅੱਗੇ ਲੰਘ ਜਾਏਗੀ। ਬਿਲਕੁਲ ਜੀ, ਉਹਦੇ ਕੋਲ ਇੰਨਾ ਮੌਕਾ ਹੈ। ਔਰ ਮੈਂ ਇਹਨੂੰ, ਬੱਚੀ ਨੂੰ, ਮੇਰੀ ਬੇਟੀ ਜਿੱਡੀ, ਮੇਰੀ ਛੋਟੀ ਬੇਟੀ ਇਹਦੇ ਜਿੱਡੀ ਹੈ ਜੀ, ਮੈਨੂੰ ਤਾਂ ਉਹ ਹੀ ਲੱਗਦੀ ਹੈ। ਤੇ ਮੈਂ ਇਹਨੂੰ, ਇਹਦੇ ਮਾਤਾ ਪਿਤਾ ਅਗਰ ਇੱਥੇ ਹੁਣ ਸੁਣਦੇ ਹੋਣ ਤੇ ਮੈਂ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਹੁੰਦਾ ਸਿਖਾਉਣ ਦਾ, ਜਾਣਦੇ ਨੇ ਸਾਰੇ, ਪਰ ਜੇ ਮੇਰੀ ਲੋੜ ਹੈ ਸਮਝੇ, ਜਦੋਂ ਵੀ ਮੇਰੇ ਕੋਲ ਆਵੇ ਤਾਂ ਮੈਂ ਉਹਨੂੰ ਆਪਣੀ ਬੇਟੀਆਂ ਵਾਂਗ ਸਿਖਾਉਣ ਲਈ ਤਿਆਰ ਹਾਂ। ਕੀ ਬਾਤ ਹੈ, ਬਹੁਤ ਖੂਬ। ਰਸ਼ਮੀਤ ਜੀ, ਦੇਖਿਆ ਤੁਸੀਂ ਕਿੰਨੇ ਭਾਗਾਂ ਵਾਲੇ ਹੋ, ਹੈ ਨਾ, ਕਿੰਨੇ ਭਾਗਾਂ ਵਾਲੇ ਹੋ। ਕੁਝ ਕਹਿਣਾ ਚਾਹੋਗੇ? ਕਿਉਂਕਿ ਅਜਿਹੇ ਮੌਕੇ ਹੋਰ ਬਹੁਤ ਅੱਗੇ ਆਉਣੇ ਨੇ ਜੀ। MH1 ਪਲੋ ਪਲੋਰੇ ਕੀਰਤਨੀਆਂ ਜਿਹੜਾ ਪ੍ਰੋਗਰਾਮ ਸਿੱਖ ਪੰਥ ਨੂੰ ਦੇ ਰਿਹਾ ਹੈ, ਇਹਨਾਂ ਦਾ ਖਿਆਲ ਹੈ ਕਿ ਪ੍ਰੋਗਰਾਮ ਦੇਣ ਤੋਂ ਬਾਅਦ ਇਹ ਬਚ ਜਾਣਗੇ। ਐਸਾ ਨਹੀਂ, ਇਹਨਾਂ ਨੂੰ ਸਿੱਖ ਟਿਕਣ ਨਹੀਂ ਦੇਣਗੇ।
ਕੌਮ ਨੇ ਸਾਰੀ ਨੇ ਕਹਿਣਾ ਕਿ ਅਜਿਹੇ ਪ੍ਰੋਗਰਾਮਾਂ ਦੀ ਲੋੜ ਹੈ। ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਇਹਨਾਂ ਸਾਰਾ ਬੱਚਿਆਂ ਨੂੰ ਮੈਂ ਤਾਂ ਇਹ ਗੁਜ਼ਾਰਿਸ਼ ਕਰਾਂਗਾ, ਮੇਰੇ ਵੱਲੋਂ ਜਾਂ ਸੋਢੀ ਸਾਹਿਬ ਜੀ ਵੱਲੋਂ ਜਾਂ ਜੌਲ ਸਾਹਿਬ ਵੱਲੋਂ ਕੋਈ ਬੇਰੁਖੀ ਦਾ ਅਲਫਾਜ਼ ਨਿਕਲ ਗਿਆ ਹੋਵੇ ਤਾਂ ਉਹਨੂੰ ਨਜ਼ਰਅੰਦਾਜ਼ ਕਰ ਦੇਣ। ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ। ਸਾਡੇ ਜੱਜ ਸਾਹਿਬਾਨ ਇੱਥੇ ਬੈਠੇ ਨੇ, ਜੋ ਵੀ ਫੈਸਲੇ ਨੇ ਸਿਰ ਮੱਥੇ ਤੇ ਨੇ, ਫੁੱਲਾਂ ਦੀ ਤਰ੍ਹਾਂ ਤੁਹਾਡੀ ਹਿਦਾਇਤਾਂ ਬੱਚੇ ਪਹਿਲੇ ਕਹਿ ਚੁੱਕੇ ਨੇ। ਸਾਰੇ ਕੰਟੈਸਟੈਂਟ, ਸਾਡੇ ਸਾਰੇ ਸਿੰਘ ਵੀ ਤੇ ਸਾਡੀਆਂ ਭੈਣਾਂ ਹਮੇਸ਼ਾ ਇਹੀ ਕਹਿੰਦੀਆਂ ਰਹੀਆਂ ਨੇ ਕਿ ਮੁਕਾਬਲਾ ਸਮਝ ਕੇ ਨਹੀਂ ਆਏ ਨੇ ਇੱਥੇ। ਭਾਵਨਾ ਤੇ ਤੁਸੀਂ ਵੇਖ ਲਈ, ਜਿਸ ਤਰ੍ਹਾਂ ਮਨਿੰਦਰ ਸਿੰਘ ਜੀ ਨੇ ਮਦਦ ਕੀਤੀ ਸ਼ਬਦ ਵਿੱਚ, ਗੁਰਪ੍ਰੀਤ ਸਿੰਘ ਜੀ ਦੀ। ਮੁਕਾਬਲਾ ਨਹੀਂ ਇਹਨਾਂ ਵਾਸਤੇ। ਔਰ ਜਿੰਨੇ ਦੁੱਖ ਹੁੰਦਾ ਹੈ ਪਰਿਵਾਰ ਵਿੱਚੋਂ ਜਦ ਇੱਕ ਸਦੱਸਿਆ ਬਾਹਰ ਹੁੰਦਾ ਹੈ, ਲੇਕਿਨ ਇਹ ਪਰਿਵਾਰ ਦੇ ਵਿੱਚ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਅੱਜ ਦੇ ਰਿਜ਼ਲਟ ਤੁਹਾਡਾ ਫੈਸਲਾ ਹੈ, ਸਿਰ ਮੱਥੇ ਤੇ ਹੈ ਜੀ, ਭਰੋਸਾ ਪੂਰਾ ਹੈ। ਆਉਣ ਵਾਲੇ ਐਪੀਸੋਡਸ ਦੇ ਵਿੱਚ ਵੀ ਅਸੀਂ ਇਹੀ ਚਾਹਾਂਗੇ ਕਿ ਅਸੀਂ ਹੌਸਲੇ ਦੇ ਨਾਲ ਸਾਡੇ ਕੰਟੈਸਟੈਂਟਸ ਪਾਰਟਿਸਿਪੇਟ ਕਰਦੇ ਰਹਿਣ, ਕਿਉਂਕਿ ਇੱਕ ਤੋਂ ਬਾਅਦ ਇੱਕ ਕੰਟੈਸਟੈਂਟਸ ਨੇ ਬਾਹਰ ਤੇ ਜਾਣਾ ਹੀ ਹੈ। ਗੁਰਮਤ ਸੰਗੀਤ ਵਿੱਚ ਕਦੇ ਮੁਕਾਬਲੇ ਨਹੀਂ ਹੁੰਦੇ। ਇਹ ਤੇ ਪ੍ਰਭੂ ਦੀ ਪ੍ਰੇਮਾ ਭਗਤੀ ਹੈ, ਉਹਦੇ ਕੋਲ ਅਸੀਸ ਲੈਣੀ ਹੈ। ਜੇ ਤੁਸੀਂ ਸਾਡੀ ਡਿਊਟੀ ਲਈ, ਜੇ ਸਾਰਿਆਂ ਨੂੰ ਬਾਹਰ ਕਰਤਾ ਫਿਰ ਕੀ ਹੋਇਆ? ਪਾਤਸ਼ਾਹ ਕਿਸੇ ਨੂੰ ਬਾਹਰ ਨਾ ਕਰੇ। ਬਿਲਕੁਲ ਜੀ, ਬਿਲਕੁਲ। ਤੇ ਅੱਜ ਅਸੀਂ ਰਸ਼ਮੀਤ ਕੌਰ ਜੀ ਨੂੰ ਤੇ ਸਾਡੇ ਵੀਰ ਹਰਭਜਨ ਸਿੰਘ ਜੀ ਨੂੰ ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚਾਹਾਂਗੀ ਸਾਰੇ ਬਹਿ ਜਾਣ ਜੀ। ਜਿਤਨਾ ਜਿਸਕਾ ਆਂਚਲ ਥਾ ਉਤਨੀ ਸੌਗਾਤ ਮਿਲੀ। ਤੁਸੀਂ ਵੇਖਿਆ ਅੱਜ ਦਾ ਰਿਜ਼ਲਟ ਐਪੀਸੋਡ। ਅੱਜ ਦੇ ਇਸ ਐਪੀਸੋਡ ਵਿੱਚ ਸਾਡੇ ਜੱਜਸ ਦੇ ਫੈਸਲੇ ਮੁਤਾਬਕ ਇਸ ਮੁਕਾਬਲੇ ਤੋਂ ਬਾਹਰ ਹੋ ਰਹੇ ਨੇ ਰਸ਼ਮੀਤ ਕੌਰ ਜੀ ਤੇ ਉਹਨਾਂ ਦੇ ਨਾਲ ਹਰਭਜਨ ਸਿੰਘ ਜੀ। ਸਾਨੂੰ ਬੜਾ ਦੁੱਖ ਹੈ, ਲੇਕਿਨ ਅਸੀਂ ਹੁਣ ਆਪਣੇ ਮੁਕਾਬਲੇ ਦੇ ਵਿੱਚ ਅੱਗੇ ਦੀ ਤਰਫ ਵੱਧਦੇ ਪਏ ਹਾਂ ਤੇ ਹੁਣ ਸਾਡੇ ਕੋਲ ਬਚ ਗਏ ਨੇ ਸਾਡੇ 6 ਸੈਮੀਫਾਈਨਲਿਸਟ, 6 ਬੀਬੀਆਂ ਤੇ 6 ਸਿੰਘ ਵੀਰ। ਮੁਕਾਬਲਾ ਹੋਏਗਾ ਅਗਲੇ ਐਪੀਸੋਡ ਦੇ ਵਿੱਚ ਸਾਡੀ ਭੈਣਾਂ ਵਿਚਕਾਰ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲਈਏ, ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਸਾਡੇ ਮਾਨਯੋਗ ਜੱਜਸ ਦਾ। ਉਹਨਾਂ ਦੀ ਹਾਜ਼ਰੀ ਜੋ ਇੱਥੇ ਹੁੰਦੀ ਹੈ, ਅਸੀਂ ਤਹਿ ਦਿਲ ਨਾਲ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਤੇ ਨਾਲੇ ਸ਼ੁਕਰੀਆ ਅਦਾ ਕਰਨਾ ਚਾਹਾਂਗੇ ਆਪ ਸਭ ਜੀ ਦਾ। ਤੁਸੀਂ ਜੋ ਪਿਆਰ ਦਿੰਦੇ ਪਏ ਹੋ, ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ। ਅਗਲੇ ਐਪੀਸੋਡ ਦੇ ਵਿੱਚ ਮੈਂ ਨਿਮੀ ਸਿੰਘ ਫਿਰ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।